ਅੱਜ ਜਦੋਂ ਕੋ ਰਾਗੀ ਗ੍ਰੰਥੀ ਪ੍ਰਚਾਰਕ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਹਵਾਲਾ ਦੇ ਕੇ ਸਮਝਾਉਂਦਾ ਹੈ। ਹੁਣ ਜਿਹਨੇ ਬਾਣੀ ਪੜ੍ਹੀ ਨਹੀਂ, ਸੀਨਾ ਬਸੀਨਾ ਉਹਨੇ ਆਪਣੇ ਦਾਦਿਆਂ ਪੜਦਾਦਿਆਂ ਲੱਕੜ ਦਾਦਿਆਂ ਕੋਲੋਂ ਕੋਈ ਗੱਲਾਂ ਸੁਣੀਆਂ ਨੇ, ਪਰ ਬਾਣੀ ਦੇ ਅਨੁਕੂਲ ਨਹੀਂ ਹੈਗੀਆਂ, ਸੁਭਾਵਿਕ ਹੈ ਉਹਦੇ ਅੰਦਰ ਟੁੱਟ ਭੱਜ ਹੋਏਗੀ, ਹਲਚਲ ਮਚੇਗੀ। ਹੁਣ ਸਮਾਜ ਵਿੱਚ ਜਦੋਂ ਗੁਰੂ ਪਾਤਸ਼ਾਹ ਜੀ ਨੇ ਗੱਲ ਕੀਤੀ, ਹੁਣ ਧਰਮ ਦੁਨੀਆ ਤੇ ਕੀ ਹੈ? ਉਹ ਕੀ ਹੈ? ਸਾਰੇ ਬੋਲਿਓ ਕਰ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਇਹ ਤੁਕ ਗੁਰਬਾਣੀ 'ਚ 2 ਵਾਰ ਆਈ ਹੈ। ਇੱਕ ਵਾਰ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇੱਕ ਵਾਰ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਆਇਆ। ਇਹ ਤੁਕ ਗੁਰਬਾਣੀ 'ਚ ਇੱਕ ਵਾਰ ਸਗਲ ਆਇਆ, ਇੱਕ ਵਾਰ ਸਰਬ ਆਇਆ, ਪਰ ਅਰਥ ਸੇਮ ਹੀ ਨੇ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਕਰਨੇ ਹੀ ਦੁਨੀਆ ਦੇ ਅੰਦਰ ਸਭ ਤੋਂ ਵੱਡਾ ਸ੍ਰੇਸ਼ਟ ਧਰਮ ਹੈ। ਹੁਣ ਉਹ ਨਿਰਮਲ ਕਰਮ ਕੋਈ ਵੀ ਕਰ ਸਕਦਾ। ਹੁਣ ਤੁਸੀਂ 4-5 ਬੰਦੇ ਖਿਲਾਰ ਲਓ, ਜੈਨੀ, ਬੋਧੀ, ਪਾਰਸੀ, ਹਿੰਦੂ, ਸਿੱਖ, ਮੁਸਲਮਾਨ, ਜਿੰਨੇ ਵੀ ਹੈ, ਤੁਸੀਂ ਇੱਕ ਵਿਅਕਤੀ ਨੂੰ ਕਹੋ ਵੀ ਤੂੰ ਆਪਣੀ ਜ਼ਿੰਦਗੀ 'ਚ ਸਬਰ ਧਾਰਨ ਕਰਨਾ ਹੈ, ਸੰਤੋਖ ਦਾ ਧਾਰਨੀ ਹੋਣਾ ਹੈ, ਦੱਸਿਓ ਭਲਾ। ਜਿਹੜਾ ਸਬਰ ਹੈ ਉਹ ਮੁਸਲਮਾਨ ਦੇ ਅੰਦਰ ਵੀ ਉਹ ਹੋਏਗਾ, ਹਿੰਦੂ ਅੰਦਰ ਵੀ ਹੋਏਗਾ, ਸਿੱਖ ਅੰਦਰ ਵੀ ਹੋਏਗਾ, ਕ੍ਰਿਸਚਨ, ਜੈਨੀ, ਬੋਧੀ ਅੰਦਰ ਵੀ ਹੋਏਗਾ। ਤੇ ਗੁਰਬਾਣੀ ਪੜ੍ਹ ਕੇ ਵੇਖੋ, ਚਾਹੇ ਉਹ ਦਇਆ ਕਪਾਹ ਸੰਤੋਖ ਸੂਤ ਆਖਿਆ, ਚਾਹੇ ਮਨ ਹਾਲੀ ਕਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ, ਬੋਲੋ ਪਿਆਰਿਓ ਅੱਗੇ, ਸੰਤੋਖ ਸੁਹਾਗਾ। ਚਾਹੇ ਜਪਜੀ ਸਾਹਿਬ 'ਚ ਪੜ੍ਹਦੇ ਆ, ਜੋਗੀ ਨਾਲ ਗੱਲ ਕੀਤੀ, ਕਹਿਣ ਲੱਗੇ ਮੁੰਦਾ ਸ਼ਬਦ ਮੁੰਦਰਾ ਵਰਤਿਆ, ਸ਼ਬਦ ਸੁਹਾਗਾ ਵਰਤਿਆ, ਪਰ ਗੱਲ ਸਬਰ ਦੀ ਕੀਤੀ ਹੈ, ਗੱਲ ਸੰਤੋਖ ਦੀ ਕੀਤੀ ਹੈ। ਹੁਣ ਇੱਥੇ ਜਿਹੜਾ ਸ਼ਬਦ ਆਪਾਂ ਗੁਰੂ ਨਾਨਕ ਸਾਹਿਬ ਦਾ ਪੜ੍ਹਿਆ, ਇਹ 'ਚ ਗੁਰੂ ਸਾਹਿਬ ਜੀ ਕਹਿੰਦੇ ਪੂਜਾ ਕੀਚੈ, ਆਓ ਭਾਈ ਰੱਬ ਦੀ ਪੂਜਾ ਕਰੀਏ। ਪੂਜਾ ਕੀਚੈ ਨਾਮ, ਸਾਧ ਸੰਗਤ ਜੀ ਜਿਨ੍ਹਾਂ ਨੂੰ ਬਾਣੀ ਆਉਂਦੀ ਨਾਲ ਨਾਲ ਪੜ੍ਹੋ, ਮੇਰੀ ਬੇਨਤੀ ਹੈ ਜੀ ਹੱਥ ਜੋੜ ਕੇ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਏ। ਹੁਣ ਜਦੋਂ ਅਸੀਂ ਪੁਜਾਰੀ ਪੁਜਾਰੀ ਸ਼ਬਦ ਬੋਲਦੇ ਆ ਨਾ, ਤੇ ਬਾਣੀ 'ਚ ਸ਼ਬਦ ਵਰਤਿਆ ਠਾਕੁਰ ਕਾ ਸੇਵਕ ਸਦਾ ਪੁਜਾਰੀ। ਜਿਹੜਾ ਠਾਕੁਰ ਦਾ ਸੇਵਕ ਪੁਜਾਰੀ ਹੈ ਨਾ, ਉਹ ਦੁਕਾਨ ਤੇ ਬੈਠਾ ਵੀ ਪੂਜਾ ਕਰ ਰਿਹਾ ਹੈ, ਉਹ ਹਲ ਵੀ ਵਾਹੁੰਦਿਆਂ ਪੂਜਾ ਕਰ ਰਿਹਾ ਹੈ, ਉਹ ਕਿਸੇ ਅਹੁਦੇ ਤੇ ਬੈਠਾ ਵੀ ਪੂਜਾ ਕਰ ਰਿਹਾ ਹੈ, ਉਹ ਆਰਮੀ 'ਚ ਜੌਬ ਕਰਦਿਆਂ ਵੀ ਪੂਜਾ ਕਰ ਰਿਹਾ ਹੈ, ਉਹ ਪੁਲਿਸ ਦੀ ਜੌਬ ਕਰਦਿਆਂ ਵੀ ਪੂਜਾ ਕਰ ਰਿਹਾ ਹੈ, ਤੇ ਘਰ 'ਚ ਪ੍ਰਸ਼ਾਦਾ ਪਕਾਉਂਦਿਆਂ ਵੀ ਪੂਜਾ ਕਰ ਰਹੀ ਹੈ ਜਾਂ ਕਰ ਰਿਹਾ ਹੈ। ਕਿਸੇ ਮਹਿਕਮੇ ਵਿੱਚ ਕਿਤੇ ਵੀ ਬੰਦਾ ਬੈਠਾ ਹੋਇਆ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਅੱਛਾ, ਧਿਆਨ ਨਾਲ ਸੁਣਿਓ ਗੱਲ। ਜਿਹੜੀ ਪੂਜਾ ਸਮਾਜ ਦੇ ਅਖੌਤੀ ਧਾਰਮਿਕ ਲੋਕਾਂ ਨੇ ਦੱਸੀ ਹੈ ਸਾਨੂੰ, ਉਸ ਪੂਜਾ ਤੇ ਪੈਸਾ ਲੱਗਦਾ ਹੈ, ਉਹ ਸਮੱਗਰੀ ਸਾਰੀ ਬਾਹਰ ਪਈ ਹੈ। ਪਰ ਜਿਹੜੀ ਪੂਜਾ ਗੁਰੂ ਨਾਨਕ ਸਾਹਿਬ ਨੇ ਦੱਸੀ ਹੈ, ਉਹਦਾ ਸਾਰਾ ਮਟੀਰੀਅਲ ਬੰਦੇ ਦੇ ਅੰਦਰ ਪਿਆ ਹੋਇਆ ਹੈ। ਆਹ ਫਰਕ ਹੈ। ਧਿਆਨ ਨਾਲ ਸੁਣਿਓ ਗੱਲ ਤਾਂ ਕਿ ਸਮਝ ਪੈ ਜਾਏ। ਜਿਹੜੀ ਪੂਜਾ ਸਾਨੂੰ ਸਮਾਜ ਦੇ ਕਿਸੇ ਅਖੌਤੀ ਧਾਰਮਿਕ ਵਿਅਕਤੀ ਵੱਲੋਂ ਦੱਸੀ ਹੋਈ ਹੈ, ਉਹ ਬਾਹਰ ਪਈ ਹੋਈ ਹੈ। ਪਰ ਜਿਹੜੀ ਪੂਜਾ ਗੁਰੂ ਨਾਨਕ ਸਾਹਿਬ ਜੀ ਨੇ ਦੱਸੀ ਹੈ, ਉਹ ਪੂਜਾ ਬੰਦੇ ਦੇ ਅੰਦਰ ਪਿਆ ਹੋਇਆ ਸਾਰਾ ਸਮਾਨ ਹੈ। ਹੁਣ ਧਿਆਨ ਨਾਲ ਸੁਣਿਓ ਗੱਲ। ਮਹਾਰਾਜ ਕਹਿੰਦੇ ਪੂਜਾ ਕੀਚੈ, ਆਓ ਭਾਈ ਆਪਾਂ ਰੱਬ ਦੀ ਪੂਜਾ ਕਰੀਏ। ਤੇ ਪੂਜਾ ਕੀ ਹੈ? ਪੂਜਾ ਕੀਚੈ ਨਾਮ ਧਿਆਈਐ। ਨਾਮ ਨੂੰ ਧਿਆਉਣਾ ਹੀ ਵਾਹਿਗੁਰੂ ਪਰਮੇਸ਼ਰ ਦੀ ਸੱਚੀ ਸੁੱਚੀ ਪੂਜਾ ਹੈ। ਅੱਛਾ, ਨਾਮ ਨੂੰ ਧਿਆਉਣਾ ਕਿੱਦਾਂ ਹੈ? ਇਸ ਸ਼ਬਦ ਵਿੱਚ ਉਹ ਗੱਲ ਨੂੰ ਖੋਲ੍ਹਿਆ ਹੋਇਆ ਹੈ। ਹੁਣ ਪਾਤਸ਼ਾਹ ਜੀ ਕਹਿੰਦੇ ਤੇਰਾ ਨਾਮ ਕਰੀ ਚਣਨਾਠੀਆ। ਤੁਸੀਂ ਕਿਸੇ ਵਿਅਕਤੀ ਨੂੰ ਪੁੱਛ ਕੇ ਵੇਖਣਾ, ਚੰਦਨ ਵੀ ਉਹ ਪੂਜਾ ਵਾਸਤੇ ਵਰਤਦੇ ਨੇ। ਚੰਦਨ ਘਸਾਇਆ ਜਾਂਦਾ, ਉਹਦੇ ਟਿੱਕੇ ਲੱਗਦੇ ਨੇ। ਹੁਣ ਤੁਹਾਨੂੰ ਪਤਾ ਵੀ ਚੰਦਨ ਮਹਿੰਗਾ ਹੈ, ਚੰਦਨ ਆਮ ਬੰਦੇ ਦੀ ਪਹੁੰਚ ਤੋਂ ਪਰੇ ਹੈ। ਹੁਣ ਮੰਨ ਲਓ ਜਿਹਦੇ ਕੋਲ 4 ਛਿੱਲੜ ਹੈਗੇ ਨੇ, ਉਹ ਤੇ ਚੰਦਨ ਬਾਜ਼ਾਰੋਂ ਲਿਆ ਕੇ ਖਰੀਦ ਕੇ ਘਸਾ ਕੇ ਮੱਥੇ ਤੇ ਤਿਲਕ ਲਾ ਲੂ। ਤੇ ਦਿਹਾੜੀਦਾਰ ਬੰਦਾ, ਕਿਰਤ ਕਰਕੇ ਖਾਣ ਵਾਲਾ ਬੰਦਾ, ਸਵੇਰੇ ਕਮਾ ਕੇ ਸ਼ਾਮਾਂ ਨੂੰ ਜਿਹਦੇ ਚੁੱਲ੍ਹੇ 'ਚ ਅੱਗ ਬਲਦੀ ਹੈ, ਉਹ ਵਿਅਕਤੀ ਭਲਾ ਇਹ ਪੂਜਾ ਕਰ ਸਕਦਾ ਜੀ? ਜਿਹਨੂੰ ਮੁੱਲ ਬਾਜ਼ਾਰੋਂ ਲਿਆ ਕੇ ਚੰਦਨ ਘਸਾ ਕੇ
ਖਰੀਦ ਕੇ ਲਾਉਣਾ ਪਵੇ। ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਮੈਂ ਪੂਜਾ ਕਰ ਰਿਹਾ ਪਤਾ ਕਿਹੜੀ ਹੈ? ਹੇ ਪ੍ਰਮਾਤਮਾ ਜੀ, ਤੁਹਾਡਾ ਨਾਮ ਹੀ ਮੇਰੇ ਵਾਸਤੇ ਚੰਦਨ ਦੀ ਲੱਕੜ ਹੈ। ਤੇ ਨਾਮ ਹਰ ਇੱਕ ਦੇ ਅੰਦਰ ਪਿਆ ਹੋਇਆ ਹੈ। ਕਿਹੜਾ? ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ। ਗੁਰੂ ਦੀ ਮੱਤ ਹੀ ਸਾਡੇ ਵਾਸਤੇ ਪਰਮੇਸ਼ਰ ਦਾ ਨਾਮ ਹੈ। ਆਪਾਂ ਸਾਰੇ ਗੁਰਦੁਆਰੇ ਕੀ ਲੈਣ ਆਉਂਦੇ ਆ? ਗੁਰੂ ਦੀ ਮੱਤ ਲੈਣ ਆਉਂਦੇ। ਜਦੋਂ ਆਪਾਂ ਸਭ ਤੋਂ ਪਹਿਲਾਂ ਆਣ ਕੇ ਗੁਰਦੁਆਰੇ ਨਮਸਕਾਰ ਕਰਦੇ ਆ ਨਾ, ਉਹਦਾ ਮਤਲਬ ਕੀ ਹੈ ਭਲਾ? ਕਿ ਮਹਾਰਾਜ ਮੈਂ ਤੁਹਾਡੇ ਅੱਗੇ ਸਿਰ ਝੁਕਾ ਰਿਹਾ, ਮੈਂ ਆਪਣੀ ਮੱਤ ਇੱਥੇ ਰੱਖਣ ਆਇਆ ਤੇ ਤੁਹਾਡੀ ਮੱਤ ਇੱਥੋਂ, ਬੋਲੋ ਸਾਰੇ ਜੀ, ਇਹਦਾ ਮਤਲਬ ਇਹੋ ਹੀ ਹੈ ਨਾ। ਉਹ ਵੱਖਰੀ ਗੱਲ ਹੈ ਕਿ ਮੈਂ ਮੱਤ ਲਵਾਂ ਨਾ ਲਵਾਂ, ਪਰ ਮੱਥਾ ਟੇਕਣ ਨਮਸਕਾਰ ਕਰਨ ਦਾ ਅਰਥ ਹੀ ਇਹੋ ਆ। ਭਾਈ ਗੁਰਦਾਸ ਜੀ ਦੇ ਤੁਹਾਡੇ ਘਰਾਂ 'ਚ ਜਿਹਦੇ ਕਬਿੱਤ ਪਏ ਹੋਣ, ਵਾਰਾਂ ਪਈਆਂ ਹੋਣ, ਕਿਉਂਕਿ ਅੱਜ ਬਹੁਤ ਟਾਵੇਂ ਪਰਿਵਾਰ ਆ ਜਿਨ੍ਹਾਂ ਘਰਾਂ 'ਚ ਤੁਹਾਨੂੰ ਸਾਹਿਤ ਮਿਲੂ। ਕੋਈ ਭਾਗਾਂ ਵਾਲਾ ਹੀ ਪਰਿਵਾਰ ਹੋਏਗਾ ਜਿਹਦੇ ਘਰ 2 4 10 ਕਿਤਾਬਾਂ ਕਿਸੇ ਸਿੱਖੀ ਨਾਲ ਸੰਬੰਧਿਤ ਪਈਆਂ ਹੋਣ। ਨਹੀਂ ਤੇ ਅੱਜ ਘਰਾਂ ਵਿੱਚੋਂ ਸਾਡੇ ਗੁਰਬਾਣੀ ਨਾਲ ਸੰਬੰਧਿਤ ਕਿਤਾਬਾਂ, ਲਿਟਰੇਚਰ ਖੰਭ ਲਾ ਕੇ ਉੱਡ ਗਿਆ। ਅਸੀਂ ਹੋਰ ਸਮਾਨ ਖਰੀਦ ਲਿਆਉਂਦੇ ਆ। ਕੱਪੜੇ ਬੰਦੇ ਦੇ ਕੋਲ ਇੱਕ ਸਾਲ ਦੇ ਖਰੀਦੇ ਪਏ ਨੇ, ਗਰੋਸਰੀ ਰਾਸ਼ਨ ਬੰਦਾ 2 ਮਹੀਨੇ ਦਾ ਸਟੋਰ ਕਰਕੇ ਰੱਖਦਾ ਹੈ। ਬਾਕੀ ਸਭ ਕੁਝ ਪ੍ਰਬੰਧ ਕਰ ਲਿਆ। ਪਰ ਪੁੱਛੋ ਹਾਂ ਕਿਸੇ ਬੰਦੇ ਨੂੰ ਵੀ 4 5 ਕਿਤਾਬਾਂ ਵੀ ਕੋਈ ਸਿੱਖੀ ਨਾਲ ਸੰਬੰਧਿਤ ਘਰ ਪਈਆਂ ਨੇ, ਕਿਤੇ ਬਾਣੀ ਦੀ ਪੋਥੀ ਪਈ ਹੋਵੇ, ਕੋਈ ਸੈਂਚੀ ਪਈ ਹੋਵੇ, ਕਿਤੇ ਕੋਈ ਪਰਿਵਾਰ ਦੇ 4 ਜੀ ਰਲ ਕੇ ਕਹਿਣ ਆਓ ਆਪਾਂ ਰਲ ਕੇ ਸਹਿਜ ਪਾਠ ਕਰੀਏ, ਉਹ ਤੁਹਾਨੂੰ ਕੋਈ ਟਾਵਾਂ ਪਰਿਵਾਰ ਹੋਏਗਾ। ਤੇ ਮੈਂ ਕਹਾਂਗਾ ਉਹ ਭਾਗਾਂ ਵਾਲਾ ਪਰਿਵਾਰ ਹੈ ਜਿਸ ਪਰਿਵਾਰ ਦੇ ਘਰ ਸਵੇਰੇ ਦਿਨ ਦੀ ਸ਼ੁਰੂਆਤ ਸਤਿਗੁਰ ਦੀ ਬਾਣੀ ਨਾਲ ਹੁੰਦੀ ਹੈ, ਸ਼ੁਰੂਆਤ ਬਾਣੀ ਨਾਲ ਹੁੰਦੀ ਹੈ, ਸਮਾਪਤੀ। ਆ ਜਿਹੜੇ 16 ਸਾਹਿਬ ਦੇ 5 ਸ਼ਬਦ ਆਪਾਂ ਪੜ੍ਹਦੇ ਆ ਨਾ, ਇਹਦਾ ਮੀਨਿੰਗ ਕੀ ਹੈ ਭਲਾ? ਤੁਹਾਡੇ ਵਿੱਚ ਜਿਹੜੇ ਪੜ੍ਹੇ ਲਿਖੇ ਮੇਰੇ ਭੈਣ ਭਰਾ ਬੈਠੇ ਨੇ, ਜਿਹੜਾ ਸਾਡਾ ਮਨ ਹੈ ਨਾ, ਸੌਣ ਤੋਂ ਪਹਿਲਾਂ ਤੁਸੀਂ ਵੈਸੇ ਤਾਂ ਦਿਨ ਵੇਲੇ ਜੋ ਸਾਡੇ ਖਿਆਲ ਆਉਂਦੇ, ਸੰਕਲਪ ਵਿਕਲਪ ਬਣਦੇ ਆ ਸਾਡੇ ਅੰਦਰ, ਉਦਾਂ ਹੀ ਅਸੀਂ ਸਮਾਜ ਵਿੱਚ, ਉਦਾਂ ਹੀ ਅਸੀਂ ਰਾਤ ਨੂੰ ਸੌਂ ਜਾਂਦੇ ਆ। ਕਮ ਸੇ ਕਮ ਜ਼ਿਆਦਾ ਨਹੀਂ, 5-10 ਮਿੰਟ, ਅੱਧਾ ਪੌਣਾ ਘੰਟਾ ਤੇ ਆਪਣੇ ਮਨ ਦੇ ਵਿਚਾਰ ਸ਼ੁੱਧ ਕਰ ਸੌਣ ਤੋਂ ਪਹਿਲਾਂ। ਹੁਣ ਜਦੋਂ ਆਪਾਂ ਰਾਤ ਨੂੰ 16 ਸਾਹਿਬ ਦੇ ਸ਼ਬਦ 5 ਪੜ੍ਹ ਕੇ ਸੋਈਏ, ਕਰੋ ਬੇਨੰਤੀ ਸੁਣੋ ਮੇਰੇ ਸਾਰੇ ਬੋਲੋ ਪਿਆਰਿਓ, ਤੇ ਆਉਂਦੀ ਬਾਣੀ, ਕਰੋ ਬੇਨੰਤੀ ਸੰਤ ਟਹਿਲ ਕੀ ਇਹਾਂ ਖਾਟ ਆ ਗਏ। ਜਿਵੇਂ ਧੀ ਨੂੰ ਮਾਂ ਨਹੀਂ ਸਿਖਾਉਂਦੀ, ਪੁੱਤ ਪੇਕੇ ਘਰ ਗੁਣ ਸਿੱਖ ਲਾ, ਸਹੁਰੇ ਘਰ ਵਸਣਾ ਸੌਖੀ ਹੋ ਜੂ। ਧੀ ਨੂੰ ਮਾਂ ਇਹੋ ਕਹਿੰਦੀ ਹੈ। ਸਿਆਣੀ ਦਾਦੀ ਪੜਦਾਦੀ ਘਰ 'ਚ ਬੈਠੀ ਕੀ ਆਂਦੀ ਹੈ? ਧੀਏ ਗੁਣ ਸਿੱਖ ਲਾ ਇਹਾਂ ਖਾਟ। ਜੇ ਪੁੱਤ ਇੱਥੇ ਕੁਝ ਖਟਿਆ ਹੋਏਗਾ, ਕੁਝ ਗੁਣ ਆਉਂਦਾ ਹੋਊਗਾ, ਸਹੁਰੇ ਘਰ ਵਸਣ ਲੱਗਿਆ ਤੈਨੂੰ ਦਿੱਕਤ ਨਹੀਂ ਆਉਣੀ। ਇਦਾਂ ਹੀ ਇੱਕ ਸਿਆਣਾ ਮਾਂ-ਬਾਪ ਆਪਣੇ ਪੁੱਤ ਨੂੰ ਸਮਝਾਉਂਦਾ, ਪੁੱਤ ਜਿਹੜਾ ਅੱਜ ਸਵਾਰ ਲੈਂਦਾ ਉਹਦਾ ਕੱਲ ਆਪਣੇ ਆਪ ਸਵਾਰਿਆ ਜਾਂਦਾ, ਜਿਹਦਾ ਅੱਜ ਵਿਗੜਿਆ ਉਹਦਾ ਕੱਲ ਵੀ ਵਿਗੜੇਗਾ। ਤੂੰ ਆਪਣਾ ਅੱਜ ਸਵਾਰ, ਤੂੰ ਆਪਣਾ ਜਿਸ ਬੰਦੇ ਨੇ ਆਪਣਾ ਵਰਤਮਾਨ ਸਵਾਰ ਲਿਆ ਉਹਦਾ ਭਵਿੱਖ ਆਪਣੇ ਆਪ ਸਵਰ ਜਾਣਾ ਹੈ। ਅੱਜ ਅਸੀਂ ਵਰਤਮਾਨ 'ਚ ਜ਼ਿੰਦਗੀ ਜੀਉ ਹੀ ਨਹੀਂ ਰਹੇ। ਬੰਦਾ ਰੋਟੀ ਖਾ ਰਿਹਾ ਤੇ ਭਵਿੱਖ ਦੀ ਬਾਰੇ ਸੋਚੀ ਜਾ ਰਿਹਾ, ਵਰਤਮਾਨ ਦੀ ਗੱਲ ਹੀ ਨਹੀਂ ਕਰ ਰਿਹਾ। ਵਰਤਮਾਨ 'ਚ ਬੈਠਾ ਜਿੱਥੇ ਵੀ ਆਪਾਂ ਬੈਠੇ ਆ, ਤੁਸੀਂ ਅੱਜ ਵਿੱਚ ਜਦੋਂ ਬਾਣੀ 'ਚ ਆਜ ਮਿਲਾਵਾ ਸ਼ਬਦ ਵਰਤਿਆ ਨਾ, ਉਹਦਾ ਮੀਨਿੰਗ ਕੀ ਹੈ ਭਲਾ? ਅੱਜ ਮੀਨਿੰਗ ਜਿਸ ਪਲ ਤੂੰ ਜ਼ਿੰਦਗੀ ਜੂ ਰਿਹਾ, ਜਿਸ ਸਕਿੰਟ, ਜਿਸ ਮਿੰਟ, ਜਿਸ ਘੜੀ, ਜਿੱਥੇ ਵੀ ਤੂੰ ਜ਼ਿੰਦਗੀ ਜੂ ਰਿਹਾ ਨਾ, ਉੱਥੇ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਆਪ ਨੂੰ ਸਵਾਰਨ ਤੇ ਜ਼ੋਰ ਲਾ। ਹੁਣ ਕਈ ਬੰਦੇ ਕਹਿੰਦੇ ਮੈਂ ਇੰਨਾ ਪਾਠ ਕਰਦਾ, ਮੈਂ ਗੁਰਦੁਆਰੇ ਜਾਣਾ, ਇਹਦਾ ਮੀਨਿੰਗ ਪਤਾ ਕੀ ਹੈ? ਜਿੰਨਾ ਵੀ ਅਸੀਂ ਪਾਠ ਕਰਦੇ ਹਾਂ, ਗੁਰਦੁਆਰੇ ਜਾਣਾ ਹੈ, ਬਾਣੀ ਪੜ੍ਹਨੀ, ਪਾਠ ਕਰਨਾ, ਇਹਦਾ ਸਾਰਾ ਜੇ ਅੰਤਰੀ ਭਾਵ ਲਈਏ ਤੇ ਬੰਦੇ ਨੇ ਆਪਣੇ ਆਪ ਨੂੰ ਸਵਾਰਨਾ ਹੈ। ਤੁਸੀਂ ਘਰ ਬਣਾਉਂਦੇ ਹੋ, ਘਰ ਬਣਾ ਕੇ ਉਹਦੀ ਸਫਾਈ ਵੀ ਜ਼ਰੂਰੀ ਹੁੰਦੀ ਹੈ ਨਾ, ਕਿਉਂ ਸਾਧ ਸੰਗਤ ਜੀ? ਆਪਾਂ ਘਰ ਬਣਾਉਂਦੇ ਉਹਦੀ ਸਫਾਈ, ਘਰ ਬਣਾ ਲੈਣਾ ਇੱਕ ਵਾਰ, ਪਰ ਉਹਨੂੰ ਸਾਫ਼ ਸੁਥਰਾ ਰੱਖਣਾ। ਗੱਡੀ ਖਰੀਦ ਲਿਆਉਣੀ ਪਰ ਉਹਨੂੰ ਸਾਫ਼ ਸੁਥਰੀ ਰੱਖਣੀ, ਇਹ ਵੀ ਤੇ ਨਾਲ ਜ਼ਿੰਦਗੀ ਹੈ ਨਾ। ਤੁਸੀਂ ਆਪਣਾ ਜੀਵਨ ਮਿਲ ਗਿਆ। ਜਿਵੇਂ ਅਸੀਂ ਆਪਣੇ ਘਰ ਵਿੱਚ 2-2 ਵਾਰ ਵੀ ਕਈ ਵਾਰੀ ਪੋਚੇ ਮਾਰਦੇ ਹਾਂ, ਝਾੜੂ ਲਾਉਂਦੇ ਹਾਂ, ਗੰਦਾ ਹੋ ਜਾਏ ਤੇ ਜ਼ਿਆਦਾ ਗੰਦਾ ਹੋ ਜਾਏ, ਆਵਾਜਾਈ ਹੋਵੇ ਤੇ ਆਪਾਂ ਨੂੰ 2-2 ਵਾਰ ਵੀ ਸਫਾਈ ਕਰਨੀ ਪੈਂਦੀ ਹੈ। ਜਿਸ ਘਰ ਵਿੱਚ ਸਾਡਾ ਤਨ ਰਹਿੰਦਾ ਹੈ, ਜੇ ਉੱਥੇ ਸਫਾਈ ਜ਼ਰੂਰੀ ਹੈ, ਜਿੱਥੇ ਮਨ ਰਹਿੰਦਾ ਉੱਥੇ ਸਫਾਈ ਕਿਉਂ ਨਹੀਂ ਜ਼ਰੂਰੀ?
ਇੱਥੇ ਵੀ ਤਾਂ ਗੰਦਗੀ ਪਈ ਹੋਈ ਹੈ। ਇੱਥੇ ਗੰਦਗੀ ਕਾਹਦੀ ਪਈ ਹੈ? ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਕਹਿਣ ਲੱਗੇ ਜਿਵੇਂ ਕੋਈ ਸ਼ਹਿਰ ਗੰਦਗੀ ਨਾਲ ਭਰਿਆ ਹੋਵੇ ਤੇ ਉੱਥੋਂ ਦੇ ਵਸਣ ਵਾਲੇ ਬੰਦਿਆਂ ਦਾ ਰਹਿਣਾ ਮੁਸ਼ਕਿਲ ਹੁੰਦਾ ਹੈ। ਇੱਦਾਂ ਹੀ ਭਾਈ ਤੇਰਾ ਜਿਹੜਾ ਆਹ ਨਗਰ ਹੈ ਇਹ ਕਾਮ ਵਾਸ਼ਨਾਵਾਂ ਨਾਲ, ਕ੍ਰੋਧ ਨਾਲ, ਲਾਲਚ ਨਾਲ, ਈਰਖਾ ਨਾਲ, ਸਾੜੇ ਨਾਲ ਨੱਕੋ ਨੱਕ ਭਰਿਆ ਪਿਆ ਹੈ। ਇਹਨੂੰ ਕੀ ਕਰ? ਮਿਲ ਸਾਧੂ। ਇੱਕ ਵਾਰ ਸਾਰੇ ਗੱਜ ਕੇ ਗਾਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਗੱਜ ਕੇ ਕਹੋ ਧੰਨ ਸ੍ਰੀ ਗੁਰੂ। ਇੱਥੇ ਸਾਧੂ ਮੀਨਿੰਗ ਸ਼ਬਦ ਗਿਆਨ, ਕਿਸੇ ਬੰਦੇ ਦੀ ਗੱਲ ਨਹੀਂ ਹੋ ਰਹੀ ਕਿ ਪਾਤਸ਼ਾਹ ਜੀ ਕਿਸੇ ਸਾਧੂ ਵੱਲ ਇਸ਼ਾਰਾ ਕਰ ਰਹੇ ਨੇ ਕਿ ਫਲਾਣੇ ਸਾਧੂ ਨੂੰ ਮਿਲ ਲਾ ਤੇ ਤੇਰਾ ਇਹ ਨਗਰ ਸਾਫ਼ ਹੋ ਜਾਏਗਾ। ਪਾਤਸ਼ਾਹ ਕਿਸੇ ਸਾਧੂ ਦੇ ਲੜ ਨਹੀਂ ਲਾਇਆ ਸਾਨੂੰ ਸ਼ਬਦ ਬਾਣੀ ਦੇ ਗਿਆਨ ਦੇ ਲੜ ਲਾਇਆ। ਜਦੋਂ ਬਾਣੀ 'ਚ ਨਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ, ਉੱਥੇ ਵੀ ਸਾਧੂ ਦਾ ਅਰਥ ਗਿਆਨ ਸ਼ਬਦ ਗੁਰੂ ਹੈ। ਜਦੋਂ ਬਾਣੀ ਚਾਹੁੰਦਾ ਚਰਨ ਸਾਧ ਕੇ, ਬੋਲੋ ਜੀ, ਚਰਨ ਸਾਧ ਕੇ ਧੋਏ ਧੋਏ ਪੀਓ। ਹੁਣ ਜਦੋਂ ਆਪਾਂ ਸਾਧ ਕਲੀਅਰ ਹੋ ਗਿਆ, ਸਾਧ ਮੀਨਿੰਗ ਸ਼ਬਦ। ਆ ਹੁਣ ਆਪਾਂ ਕੀ ਕਰ ਰਹੇ ਹਾਂ? ਆਪਣੇ ਸਾਧੂ ਗੁਰੂ ਦੇ ਚਰਨ ਧੋ ਕੇ ਪੀ ਰਹੇ ਹਾਂ। ਕਿੱਦਾਂ? ਕੰਨਾਂ ਰਾਹੀਂ ਇਹ ਸ਼ਬਦ ਬਾਣੀ ਗਿਆਨ। ਜਦੋਂ ਬੱਚਾ ਪੜ੍ਹ ਰਿਹਾ ਸੀ ਸਾਨੂੰ ਸਾਡੇ ਗੁਰੂ ਸਾਧੂ ਦੇ ਚਰਨ ਧੋ ਕੇ ਪਿਆ ਰਿਹਾ ਸੀ। ਕੋਈ ਸ਼ਬਦ ਸਾਡੇ ਕੰਨਾਂ ਰਾਹੀਂ ਅੰਦਰ ਗਿਆ ਤੇ ਅਸੀਂ ਗੱਲ ਸੁਣ ਲਈ, ਮੰਨ ਲਈ। ਸਮਝ ਲਓ ਉਸ ਚਰਨ ਸਾਧ ਨੇ ਸਾਡੇ ਅੰਦਰੋਂ ਮੈਲ ਕੱਢ ਦਿੱਤੀ। ਅਰਪ ਸਾਧ ਕੋ ਆਪਣਾ। ਹੁਣ ਇਹਨਾਂ ਸ਼ਬਦਾਂ ਦੇ ਅਰਥ ਨਾ ਸਮਝਣ ਕਰਕੇ ਕੀ ਹੋਇਆ? ਦੇਹਧਾਰੀ ਬੰਦਿਆਂ ਨੇ ਆਪਣੇ ਪੈਰ ਧਵਾ ਕੇ ਆਮ ਲੋਕਾਂ ਕੋਲੋਂ ਆਪਣੀ ਸੇਵਾ ਕਰਾਉਣੀ ਸ਼ੁਰੂ ਕਰ ਦਿੱਤੀ। ਅੱਜ ਵੇਖੋ ਤੁਸੀਂ ਸਮਾਜ ਵਿੱਚ, ਅੱਜ ਕੱਲ੍ਹ ਤਾਂ ਮੀਡੀਆ ਹੈ, ਇੰਟਰਨੈਟ ਹੈ, ਮੋਬਾਈਲ ਤੁਹਾਡੇ ਹੱਥਾਂ 'ਚ ਨੇ। ਭਰ ਕੇ ਵੇਖੋ ਪਖੰਡੀ ਬਾਬੇ, ਤੁਹਾਨੂੰ ਚੰਗੇ ਭਲੇ ਬੰਦੇ ਤੰਦਰੁਸਤ ਸੋਫਿਆਂ ਤੇ ਬੈਠੇ ਆਮ ਸਧਾਰਨ ਲੋਕਾਂ ਕੋਲੋਂ ਆਪਣੇ ਪੈਰ ਧਵਾਉਂਦੇ ਨਜ਼ਰ ਆਉਣਗੇ। ਤੇ ਪੜ੍ਹੇ ਲਿਖੇ ਲੋਕ ਉਹਨਾਂ ਦੇ ਪੈਰ ਧੋ ਰਹੇ ਨੇ। ਇਕੱਲੇ ਧੋ ਹੀ ਨਹੀਂ ਰਹੇ, ਕਈ ਤਾਂ ਉਹਨਾਂ ਦੇ ਪੈਰਾਂ ਦਾ ਗੰਦਾ ਪਾਣੀ ਫਿਰ ਬੁੱਕ ਭਰ ਭਰ ਕੇ ਮੂੰਹ 'ਚ ਵੀ ਪਾਉਂਦੇ ਨੇ ਕਿ ਸ਼ਾਇਦ ਇਹਦੇ ਨਾਲ ਸਾਡਾ ਕੋਈ ਕਲਿਆਣ ਹੋ ਜਾਣਾ ਹੈ। ਕਿਉਂ? ਕਿਉਂਕਿ ਸ਼ਬਦਾਂ ਦੇ ਸਹੀ ਵਿਆਖਿਆ ਸਮਝਣ ਵਾਸਤੇ ਅਸੀਂ ਤਿਆਰ ਨਹੀਂ। ਅੱਜ ਮੈਂ ਪਹਿਲਾਂ ਆਰੰਭ 'ਚ ਕਿਹਾ ਸ਼ਬਦ ਦੀ ਵਿਚਾਰ ਸੁਣਨ ਲਈ ਸੁਰਤ ਦਾ ਜ਼ੋਰ ਲੱਗਣਾ ਹੈ। ਮਨ ਘੜਤ ਕਹਾਣੀ ਸੁਣਾਉਣ ਲੱਗਿਆ ਨਾ ਜ਼ੋਰ ਲੱਗਣਾ ਤੇ ਨਾ ਸੁਣਨ ਲੱਗਿਆ ਜ਼ੋਰ ਲੱਗਣਾ। ਮਨ ਘੜਤ ਕਹਾਣੀ ਐਵੇਂ ਥੋੜ੍ਹਾ ਆਖਿਆ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਹਰ ਕਥਾ ਤੂੰ ਸੁਣ ਰੇ ਮਨ। ਮਨਾ ਜੇ ਕਥਾ ਸੁਣਨੀ ਤੇ ਰੱਬ ਦੀ ਸੁਣ। ਹਰ ਕਥਾ ਤੂੰ ਸੁਣ ਰੇ ਮਨ, ਸ਼ਬਦ ਮਨ ਵਸਾਏ। ਇਹ ਮਤ ਤੇਰੀ ਥਿਰ ਹੈ ਤਾਂ ਭਰਮ ਵਿੱਚੋਂ ਜਾਏ। ਰੱਬ ਦੀ ਕਥਾ ਸੁਣ ਮਨਾ। ਅੱਜ ਰੱਬ ਦੀ ਕਥਾ ਸੁਣ ਰਿਹਾ ਬੰਦਾ? ਰੱਬ ਦੀ ਕਥਾ ਕਿਹੜੀ ਹੈ? ਜਿਹੜੀ ਸਾਨੂੰ ਗੁਣਾਂ ਨਾਲ ਭਰਪੂਰ ਕਰੇ। ਵੈਸੇ ਕਥਾ ਤੇ ਹਰ ਬੰਦਾ ਹੀ ਕਰਦਾ। ਤੁਹਾਡੇ ਲਾਗੇ ਕੋਈ ਵਕਾਰਾਂ ਦੀਆਂ ਗੱਲਾਂ ਕਰਦਾ ਹੋਵੇ, ਉਹ ਵਕਾਰਾਂ ਦੀ ਕਥਾ ਕਰ ਰਿਹਾ ਹੈ। ਕੋਈ ਜੁਆਰੀਆ ਜੂਏ ਦੀਆਂ ਗੱਲਾਂ ਕਰਦਾ ਹੋਵੇ, ਜੂਏ ਦੀ ਕਥਾ ਕਰ ਰਿਹਾ। ਐਵੇਂ ਥੋੜ੍ਹਾ ਆਖਿਆ ਸੀ ਬਾਣੀ ਵਿੱਚ, ਕਹਿੰਦੇ ਕਥਾ ਉਹ ਕਰ ਜਿਵੇਂ ਪਾਣੀ 'ਚ ਫਰਕ ਹੁੰਦਾ ਹੈ ਨਾ। ਭਾਈ ਗੁਰਦਾਸ ਜੀ ਕਹਿੰਦੇ ਇੱਕ ਪਾਣੀ ਤੁਹਾਨੂੰ ਜੀਵਤ ਦਿੰਦਾ ਹੈ, ਇੱਕ ਪਾਣੀ ਤੁਹਾਡੀ ਮੌਤ ਦਾ ਕਾਰਨ ਬਣਦਾ। ਪਾਣੀ ਕੰਟਰੋਲ 'ਚ ਹੈ ਤੇ ਉਹ ਪਾਣੀ ਸਾਨੂੰ ਜਨ ਜੀਵਨ ਦਿੰਦਾ ਹੈ। ਕੋਈ ਘਰ ਪਾਣੀ ਤੋਂ ਬਿਨਾਂ ਨਹੀਂ ਹੈ। ਆਪਾਂ ਸਵੇਰੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਪਾਣੀ ਤੋਂ, ਰਾਤ ਪੈਂਦੀ ਹੈ ਤਾਂ ਵੀ ਪਾਣੀ ਚਾਹੀਦਾ, ਘਰ ਬਣਾਉਣਾ ਤਾਂ ਵੀ ਪਾਣੀ ਚਾਹੀਦਾ, ਖਾਣਾ ਬਣਾਉਣਾ ਤਾਂ ਵੀ ਪਾਣੀ ਚਾਹੀਦਾ। ਪਰ ਪਾਣੀ ਕੰਟਰੋਲ 'ਚ ਹੈ ਤੇ ਜੀਵਨ ਹੈ। ਪਰ ਜੇ ਪਾਣੀ ਕੰਟਰੋਲ ਤੋਂ ਬਾਹਰ ਹੋ ਜਾਏ, ਬੋਲੋ ਜੀ, ਫਿਰ ਜੀਵਨ ਦਾ ਅੰਤ ਵੀ ਉਹੀ ਪਾਣੀ ਕਰਦਾ। ਸਵੇਰੇ ਉੱਠਦੇ ਆਪਣੀ ਰਸੋਈ 'ਚ ਕੀ ਬਲਦੀ ਹੈ? ਅੱਗ। ਖਾਣਾ ਪੱਕਦਾ, ਸਬਜ਼ੀਆਂ ਬਣਦੀਆਂ ਨੇ, ਨਾਸ਼ਤਾ ਤਿਆਰ ਹੁੰਦਾ, ਬ੍ਰੇਕਫਾਸਟ ਜੋ ਵੀ, ਚਾਹ ਪਾਣੀ ਜੋ ਵੀ ਅੱਗ ਤੇ ਤਿਆਰ ਹੁੰਦਾ। ਕਾਰਖਾਨਿਆਂ ਫੈਕਟਰੀਆਂ 'ਚ ਭੱਠੀਆਂ 'ਚ ਕੀ ਬਲਦੀ ਹੈ? ਅੱਗ ਕੰਟਰੋਲ 'ਚ ਹੈ ਤੇ ਸਾਡੇ ਪੇਟ ਦੀ ਅੱਗ ਬੁਝਾਉਂਦੀ ਹੈ। ਅੱਗ ਕੰਟਰੋਲ 'ਚ ਹੈ, ਕਾਰਖਾਨੇ ਚੱਲਦੇ ਨੇ। ਉਸੇ ਅੱਗ ਨਾਲ ਕਈਆਂ ਦੇ ਚੁੱਲ੍ਹੇ 'ਚ ਅੱਗ ਬਲਦੀ ਹੈ। ਤੁਸੀਂ ਵੇਖੋ ਕਾਰਖਾਨੇ 'ਚ ਅੱਗ ਬਲਦੀ ਹੈ। ਉਸੇ ਅੱਗ ਕਾਰਨ ਕਿੰਨੇ ਮਜ਼ਦੂਰ ਕੰਮ ਕਰਦੇ ਨੇ ਤੇ ਉਸ ਅੱਗ ਦੇ ਰਾਹੀਂ ਜਿਹੜੀ ਇਨਕਮ ਹੁੰਦੀ ਹੈ ਉਹਦੇ ਰਾਹੀਂ
ਕਿੰਨਾ ਲੇਬਰ ਹੈ ਜਿਨ੍ਹਾਂ ਦੇ ਚੁੱਲ੍ਹੇ 'ਚ ਮੁੜ ਕੇ ਉਸ ਅੱਗ ਦੇ ਦੁਆਰਾ ਅੱਗ ਬਲਦੀ ਹੈ। ਪਰ ਕਦੋਂ? ਜੇ ਅੱਗ ਕੰਟਰੋਲ 'ਚ ਹੈ। ਪਰ ਜੇ ਉਹ ਅੱਗ ਕੰਟਰੋਲ ਤੋਂ ਬਾਹਰ ਹੋ ਜਾਏ, ਕਾਰਖਾਨੇ ਨੂੰ ਲੱਗ ਜਾਏ, ਜਿਹੜੀ ਅੱਗ ਰਸੋਈ 'ਚ ਬਲਦੀ ਹੈ ਉਹ ਘਟਨਾ ਵਾਪਰ ਜਾਏ, ਘਰ ਨੂੰ ਲੱਗ ਜਾਏ, ਉਹ ਅੱਗ ਸਾੜ ਕੇ ਸੁਆਹ ਵੀ ਕਰ ਸਕਦੀ ਹੈ। ਇਦਾਂ ਹੀ ਸੰਗਤ ਹੈ। ਸੰਗਤ ਵਿੱਚ ਫਰਕ ਹੈ। ਪਾਣੀ ਹਵਾ ਹੈ ਨਾ, ਜਿਵੇਂ ਪੁਰਾਣੇ ਬਜ਼ੁਰਗਾਂ ਨੂੰ ਪਤਾ, ਪੁਰਾ ਤੇ ਪਛੋਂ ਕਹਿੰਦੇ ਹੁੰਦੇ ਸੀ ਬਜ਼ੁਰਗ ਆਪਣੇ, ਪੁਰਾ ਤੇ ਪਛੋਂ। ਕਹਿਣਾ ਪੁਰਾ ਵਗਦਾ ਅੱਜ ਬੱਚਿਓ, ਮੀਂਹ ਪੈ ਜਾਣਾ ਅੱਜ, ਪਛੋਂ ਵਗਦੀ ਹੈ ਹਵਾ ਹੀ ਹੈ। ਇੱਕ ਬੰਨੇ ਹਵਾ ਵਗੇ ਤੇ ਬੱਦਲ ਲੈ ਆਉਂਦੀ ਹੈ, ਦੂਜੇ ਬੰਨੇ ਹਵਾ ਵਗੇ ਤੇ ਬੱਦਲ ਉਡਾ ਕੇ ਲੈ ਜਾਂਦੀ ਹੈ। ਵਗਦੀ ਹਵਾ ਹੀ ਹੈ, ਦੋਨਾਂ ਨੂੰ ਹਵਾ ਹੀ ਕਹਿੰਦੇ ਆ। ਪਰ ਇੱਕ ਹਵਾ ਮੀਂਹ ਦਾ ਸੰਕੇਤ ਲੈ ਕੇ ਆਉਂਦੀ ਹੈ, ਦੂਜੀ ਹਵਾ ਇਹ ਇਸ਼ਾਰਾ ਦੇ ਰਹੀ ਹੈ ਹੋ ਰਿਹਾ ਬੱਦਲ, ਇਹਨੇ ਹਵਾ ਨੇ ਉਡਾ ਕੇ ਲੈ ਜਾਣਾ। ਇੱਦਾਂ ਹੀ ਪਾਣੀ ਹੈ, ਇੱਦਾਂ ਹੀ ਅੱਗ ਹੈ, ਇੱਦਾਂ ਹੀ ਸੰਗਤ ਹੈ। ਇੱਕ ਸੰਗਤ ਤੁਹਾਨੂੰ ਤਾਰਦੀ ਹੈ ਤੇ ਇੱਕ ਸੰਗਤ ਸਾਨੂੰ, ਬੋਲੋ ਜੀ, ਬੋਲੋ ਪਿਆਰਿਓ, ਇੱਕ ਸੰਗਤ ਸਾਡੇ ਪਰਿਵਾਰ ਨੂੰ ਜੋੜਦੀ ਹੈ। ਤਾਂ ਹੀ ਆਖਿਆ ਸੀ ਮੇਰੇ ਮਾਧੋ ਜੀ, ਅੱਗੇ ਬੋਲੋ। ਸਾਧ ਸੰਗਤ ਜੀ, ਮੇਰੀ ਹੱਥ ਜੋੜ ਕੇ ਬੇਨਤੀ ਆ, ਆਪਾਂ ਜਿੱਥੇ ਬੈਠੇ ਆ, ਮੈਨੂੰ ਲੱਗਦਾ ਵੀ ਇਹ ਸੌਖੀ ਬਾਣੀ ਹੈ ਜਿਹੜੀ ਆਪਣੇ ਘਰਾਂ 'ਚ ਰੋਜ਼ ਪੜ੍ਹੀ ਜਾਂਦੀ ਹੈ। ਮੈਂ ਅੱਧੀਆਂ ਤੁਕਾਂ ਪਤਾ ਕਿਉਂ ਬੋਲਦਾ, ਅੱਧੀਆਂ ਤੁਸੀਂ ਬੋਲੋ। ਇਹਦੇ ਨਾਲ ਬੁਲਾਰੇ ਨੂੰ ਇੱਕ ਤੇ ਇਹ ਬਲ ਮਿਲਦਾ ਕਿ ਸੰਗਤ ਵਿੱਚ ਇੰਨੇ ਸਰੋਤੇ ਬਾਣੀ ਪੜ੍ਹਨ ਵਾਲੇ ਬੈਠੇ ਨੇ। ਅੱਜ ਸਮਾਜ ਦੇ ਤੁਸੀਂ ਵੇਖੋ, ਤੁਸੀਂ ਕਿਸੇ ਵਿਆਹ ਸ਼ਾਦੀ ਜਾਓ ਨਾ ਤੇ ਗਾਣਾ ਚੱਲਦਾ ਹੋਵੇ ਨਾ ਕਿਸੇ ਵੱਡੇ ਡੀਜੇ ਤੇ ਨਾਲ ਮੂੰਹ ਲਾਈ ਜਾਣਗੇ। ਇਹਦਾ ਮਤਲਬ ਇਹ ਹੈ ਵੀ ਸਾਨੂੰ ਸਵਾਦ ਆ ਰਿਹਾ ਹੁੰਦਾ। ਮੂੰਹ ਨਾ ਹਿੱਲੂ ਤੇ ਕੁਰਸੀ ਤੇ ਬੈਠੇ ਹੱਥ ਹਿੱਲੀ ਜਾਣਗੇ। ਇਹਦਾ ਮਤਲਬ ਬੰਦਾ ਜਿੰਨੇ ਕੁ ਜੋਗਾ ਉੱਥੇ ਜ਼ੋਰ ਲਾ ਰਿਹਾ। ਤੇ ਜਦੋਂ ਸਤਿਗੁਰ ਦੀ ਬਾਣੀ ਪੜ੍ਹਨ ਦੀ ਗੱਲ ਹੈ, ਉਦੋਂ ਬੰਦੇ ਨੂੰ ਕੀ ਆਉਂਦੀ ਹੈ ਭਲਾ? ਸੰਗ ਆਉਂਦੀ ਹੈ। ਪਰ ਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਨੇ ਚੰਗਾ ਕੰਮ ਕਰ ਲੱਗਿਆਂ ਕਦੀ ਵੀ ਸੰਗਣਾ ਨਹੀਂ ਚਾਹੀਦਾ, ਤੇ ਮਾੜਾ ਕੰਮ ਕਰ ਲੱਗਿਆਂ ਸ਼ਰਮ ਆਉਣੀ ਚਾਹੀਦੀ ਹੈ, ਸੰਗ ਆਉਣੀ ਚਾਹੀਦੀ ਆ। ਤੇ ਇੱਕ ਗੱਲ ਹੋਰ ਸੁਣਿਓ, ਸੰਸਕ੍ਰਿਤੀ ਸ਼ਲੋਕਾਂ 'ਚ ਪਾਤਸ਼ਾਹ ਕਹਿੰਦੇ ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਮਾੜਾ ਕੰਮ ਕਰ ਲੱਗਿਆਂ ਦੇਰੀ ਕਰੋ, ਹੋ ਸਕਦਾ ਵਿਚਾਰ ਬਦਲ ਜਾਣ, ਪਰ ਚੰਗਾ ਕੰਮ ਕਰ ਲੱਗਿਆਂ ਜਦੋਂ ਖਿਆਲ ਆਇਆ ਉਦੋਂ ਕਰ ਦਿਓ। ਮੰਨ ਲਓ ਤੁਹਾਡੇ ਅੰਦਰ ਖਿਆਲ ਆਇਆ ਕਿ ਮੈਂ ਫਲਾਣੇ ਬੱਚੇ ਦੀ ਸਲਾਹ ਕੀਤੀ ਆ ਕਿ ਇੱਕ ਸਾਡੇ ਏਰੀਏ 'ਚ ਇੱਕ ਬੱਚਾ ਲੋੜਵੰਦ ਹੈ, ਉਹਦੀ ਸਕੂਲ ਦੀ ਫੀਸ ਤਾਰਨੀ ਆ। ਤੁਸੀਂ ਆਪਣੀ ਵਾਈਫ ਨਾਲ ਆਪਣੇ ਬੱਚਿਆਂ ਨਾਲ ਸਲਾਹ ਕੀਤੀ, ਬੱਚਿਆਂ ਨੇ ਕਿਹਾ ਡੈਡੀ ਬਹੁਤ ਵਧੀਆ ਕੰਮ ਕਰ ਰਹੇ ਹੋ, ਜਾਓ ਤਾਰ ਕੇ ਆਓ। ਤੁਹਾਡੇ ਮਨ 'ਚ ਖਿਆਲ ਚੰਗਾ ਆਇਆ ਨਾ, ਇਹਨੂੰ ਮਿੰਟੋ ਮਿੰਟ ਹੀ ਕੰਮ ਨਿਬੇੜ ਦਿਓ। ਪਰ ਜਦੋਂ ਕਿਸੇ ਦਾ ਹੱਕ ਮਾਰਨ ਦਾ ਖਿਆਲ ਆਇਆ, ਬੋਲੋ ਅੱਗੇ ਹੁਣ, ਬੋਲੋ ਭਾਈ, ਉਦੋਂ ਕੀ ਕਰੋ? ਉਦੋਂ ਸੋਚੋ, ਲੇਟ ਕਰੋ। ਹੋ ਸਕਦਾ ਸਾਡਾ ਪਲ ਘੜੀ ਪਲ ਨੂੰ ਵਿਚਾਰ ਬਦਲ ਜਾਏ। ਕੰਮ ਉਲਟਾ ਹੁੰਦਾ ਹੈ, ਕੰਮ ਉਲਟ ਹੋ ਰਿਹਾ। ਖਿਆਲ ਆਇਆ ਕਿਸੇ ਦਾ ਪਰਉਪਕਾਰ ਕਰਨ ਦਾ, ਤੇ ਬੰਦਾ ਕੀ ਕਹਿੰਦਾ? ਕਰ ਦਿੰਦੇ ਆ, ਭੱਜਿਆ ਚੱਲਿਆ ਕਿਤੇ, ਇੱਥੇ ਹੀ ਆ। ਤੇ ਮਾੜਾ ਖਿਆਲ ਆਉਂਦਾ ਮਗਰੋਂ ਆ, ਤੇ ਬੰਦਾ ਉਹਦੇ ਤੇ ਅਮਲੀ ਜਾਮਾ ਪਹਿਲਾਂ ਪਹਿਨਾ ਦਿੰਦਾ। ਜਿਹਨੂੰ ਬਾਣੀ 'ਚ ਲਿਖਿਆ ਚੰਗਿਆਈ ਆਲਕ ਕਰੇ। ਅੱਗੇ ਜੀ ਵੇਖੋ ਸਾਧ ਸੰਗਤ ਜੀ, ਮੈਂ ਤੁਕਾਂ ਦੀਆਂ ਪਤਾ ਕਿਉਂ ਬੋਲਦਾ, ਤੁਸੀਂ ਤੁਕ ਪੂਰੀ ਕਰੋਗੇ ਤੇ ਮੈਨੂੰ ਇਹ ਪਤਾ ਲੱਗੂ ਵੀ ਇੰਨੇ ਸਰੋਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਨ ਵਾਲੇ ਸੰਗਤ ਵਿੱਚ ਬੈਠੇ ਨੇ। ਕੋਈ ਔਖਾ ਕੰਮ ਨਹੀਂ। ਕੱਲ ਤੋਂ ਸ਼ੁਰੂ ਕਰ ਦਿਓ ਕਿ ਮੈਂ ਆਪਣੇ ਦਿਨ ਦੀ ਸ਼ੁਰੂਆਤ ਭਾਵੇਂ ਇੱਕ ਸ਼ਬਦ ਤੋਂ ਸ਼ੁਰੂ ਕਰਾਂ। ਕੋਈ ਔਖਾ ਕੰਮ ਨਹੀਂ, ਭਾਵੇਂ ਇੱਕ ਸ਼ਬਦ ਰੋਜ਼ ਪੜ੍ਹਾਂ। ਅੱਜ ਕੱਲ੍ਹ ਤਾਂ ਮੋਬਾਈਲ ਇੱਦਾਂ ਦੇ ਆ ਗਏ ਨੇ, ਆਈਪੈਡ, ਤੁਸੀਂ ਸਫ਼ਰ ਕਰਦਿਆਂ ਜਿੱਥੇ ਵੀ ਬਾਣੀ ਪੜ੍ਹੋ, ਟਾਈਮ ਲੱਗਾ ਤੁਹਾਡਾ। ਤੁਸੀਂ 1 ਸਾਲ ਲਗਾਤਾਰ ਪ੍ਰੈਕਟਿਸ ਕਰਕੇ ਵੇਖ ਲਓ। 1 ਸਾਲ ਬਾਅਦ ਨਾ ਕੋਈ ਰਾਗੀ ਪ੍ਰਚਾਰਕ ਸੰਗਤ ਵਿੱਚ ਸ਼ਬਦ ਬੋਲੇਗਾ, ਤੁਸੀਂ ਅੱਗਿਓਂ ਸ਼ਬਦ ਪੂਰਾ ਕਰੋਗੇ, ਅਗਲੇ ਨੂੰ ਆਨੰਦ ਆਵੇ ਵੀ ਕਿਆ ਬਾਤ ਹੈ, ਐਡੇ ਸਰੋਤੇ ਇੰਟੈਲੀਜੈਂਟ ਬੈਠੇ ਨੇ। ਐਸਾ ਨਹੀਂ ਕਿ ਬੰਦੇ ਕੋ ਵਕਤ ਹੈ ਨਹੀਂ, ਪਰ ਬੰਦੇ ਨੇ ਛੱਡ ਦਿੱਤਾ, ਇਹ ਮੇਰੀ ਜ਼ਰੂਰਤ ਥੋੜ੍ਹਾ ਹੈ। ਸਤਿਗੁਰ ਦੀ ਬਾਣੀ ਅੱਜ ਤੁਸੀਂ ਵੇਖ ਲਓ, ਅੱਜ ਵੱਡੇ ਵੱਡੇ ਬੰਦੇ ਡਿਪਰੈਸ਼ਨ ਦੇ ਸ਼ਿਕਾਰ ਕਿਉਂ ਨੇ? ਕਿਉਂਕਿ ਮਨ ਦੀ ਖੁਰਾਕ ਸਹੀ ਨਹੀਂ। ਤਨ ਦੀ ਖੁਰਾਕ ਬਾਰੇ ਸੈਮੀਨਾਰ ਲੱਗ ਰਹੇ ਨੇ, ਤਨ ਦੀ ਖੁਰਾਕ ਬਾਰੇ ਡਾਕਟਰ ਸੁਚੇਤ ਕਰ ਰਹੇ ਨੇ, ਆਹ ਖਾਣਾ, ਆਹ ਨਹੀਂ ਖਾਣਾ, ਇੱਦਾਂ ਪਰਹੇਜ਼ ਕਰਨਾ। ਮਨ ਦੀ ਖੁਰਾਕ ਬਾਰੇ ਧਿਆਨ ਹੀ ਕਿਸੇ ਦਾ ਨਹੀਂ। ਸਾਰੇ ਸਿਆਪੇ ਤੇ ਮਨ ਦੀ ਖੁਰਾਕ ਤੋਂ ਪੈ ਰਹੇ ਨੇ।
जे डिवोर्स हो रहा मन की खुराक तो हो रहे हैं, जे भरा भरा की नहीं बनती तो मन की खुराक करके नहीं बन रही। मन की खुराक ही है जो आप सुनते हैं, जो आप वेखते हैं, जो आप पढ़ते हैं, उदा का मन बनता जाता। तुसी कोई गंदा मैगजीन पढ़ो तो मन गंदा बन जाना है, तुसी कोई चंगे विचार पढ़ो तो मन चंगा बन जाना है। इसका मतलब मन विचारां दा संग्रह है। आप हुण इत्थे बैठे हैं, इत्थे हुण साडा मन चंगी खुराक लै रहा। इसनूं आख्या सी मेरे माधो जी, सारे गज के बोलो, मेरे माधो जी सत संगत मिलै गुर प्रसाद परम पद पाया सूके। चलो सौखी एग्जाम्पल ले लेने, अपने गमले च फुल सुक रहा, पौधा सुक रहा, उन्होंने हरिया कर ली, की करना पू भला? सारे बोलो, जवाब दो, की करना पऊगा जी? शाबाश, बच्चा जवाब दे रहा, पानी देना। पानी के छट्टे मारने पैणगे कि किदां हरिया करना उन्होंने? हाँ, बाल्टी भर के अद्धी बाल्टी उहदियां जड़ां नूं पा दिओ, दिन चढ़दे नूं वो गमले दियां नवीआं करुंबड़ियां जड़ियां पौधे दियां विचों निकलण लग पैणियां। हुण जिहड़ा मन है, इनू जदों सत दी संगत दा जल मिलू, फिर अखां हरियां रहणगियां, कन हरे रहणगे, जुबान हरी रहेगी, स्किन हरी रहेगी। जिन्हों बाणी च लिखिया नानक भगतां। अज अज तुसीं लभ के वेखो, खुशी है किसी को? अज बंदा गड्डी चला रहा तो सोचदियां चला रहा, तुरिया जाता तो कुछ होर सोच रहा है। तुसीं वेखो कई बंदे दे एक्सीडेंट पता किदां हो रहे हैं, चला गड्डी रहा तो सोच कुछ होर रहा, अंदर सोचां चल रही, अंदर ख्याल चल रहा, कुछ अंदर संकल्प विकल्प चल रहा, विचार बन रहा, विचार डिग रहा, विचार बन रहा, विचार डिग रहा। अज मन की खुराक सही नहीं। लोड़ इस गल की सी, होए एकत्र मिलो मेरे भाई, दुबदा दूर करो लिव लाए, हर नामे के होवो जोड़ी, गुरमुख बैसो सफा विछाए। तो पातशाह इत्थे कहंदे ने तेरा नाम करी चन्नाठिया। हे परमात्मा जी, तुहाडे नाम नूं मैं चंदन की लकड़ बना लिया। हुण ये चंदन बाहरों मुल लैण की लोड़ नहीं, हर एक बंदा वो नाम नाल सांझ पा सकता है। कोई गुरमत नाम मेरा प्राण सिखाई, गुरु की मत ही, गुरु की सिक्ख्या ही मेरे प्राणा की मदद करती है, मेरे मन की हैल्प करती है। हुण इत्थे पातशाह जी कहंदे ने तेरा नाम करी चन्नाठिया, जे मन उरसा होए। अच्छा, चंदन घसाउणा भी आ, ये नाम घसाउणा काहते आ? चंदन, ये वास्ते पत्थर चाहिए। तो पत्थर की आ? मन। अपने मन नूं सिर बना ला जिहदे ते चंदन घसाया जाता। तो जो जिस पत्थर ते चंदन रगड़ीए माड़ा मोड़ ते उत्ते असर पैंदा ही आ ना। जो नाम रूपी चंदन तेरे मन रूपी इस सिल दे उत्ते घसाया जाएगा, थोड़ा बहुता तो तेरे मन ते असर, क्यों जी, पवेगा ही। धागा लैके भी पत्थर ते ना इहदा माड़ा माड़ खिंचो ना, माड़ा मोड़ ते निशान छड़दा ही है ना, उहदे ते पता लगता ही है ना भी इत्थे किते कसर पई सी किते। मन पत्थर है, बाणी च मन नूं पत्थर आखिया, मन पत्थर है। जिवें आपां बाणी च पढ़दे नहीं, सूरज किरण मिले जल का, बोलोगे जल का जल, इहदा की मीनिंग है जी भला? एक एक शब्द जिउंदे बंदे लिए, इसका मतलब है, ध्यान ना सुनो जोड़े मेरे पढ़े लिखे वीर भैन बैठे, बड़ी छेती गल कैच करनी तुसीं। पानी के 3 रूप ने, ठोस जो आइस बनती है बर्फ, तरल जो आप पीने, तो जो आप अग ते रखते हैं भाप बन के उड़ जाता है, भाप जिन्होंने आप कह दें। 3 रूप ने पानी के। हुण ध्यान ना सुनियो, हुण तो अजकल फ्रिजां ने अपने घर च, आप बर्फ घर जमा लें। अज तो कुछ समा पहला जो कोई विआह शादी कोई फंक्शन करना होंदा सी ते आपां बर्फ कित्थों लिआउंदे सी भला? बोलो जी, कारखानियां चों। वो बर्फ घर लिया के जिन्नी वरत लैनी, बाकी स्टोर करने वास्ते की करीदा सी भला? उन्होंने कपड़े च कोई बोरी च लपेट लेना, कहना ये कल काम आजू। अच्छा, एक तो हवा च रखोगे तां भी बर्फ पिघलूगी, तो जे उन्होंने धुप्पे रखोगे, बोलो जी,
मैं तुहाडे कोल हंगारा तां भराउणा, पुराने समय 'ਚ ना बजुर्ग जदों बात सुणाउंदे हुंदे सी ना, बजुर्गां नूं पता, तो पोतरे ने कहना दादा बात सुणा, कोई कहानी सुणा। तो पुराने दादे भी जदों बातां सुणाउंदे, अजकल दादा भी कहानी किहनूं सुणाऊगा? पोतरे ने मोबाइल फड़िया, पोतरे नूं दादे दी बोलो अगे लोड़ है ही नहीं। पुराने समय 'ਚ चीज़ां है नहीं सी, उदों दादे ने पोतरे ने कहना दादा कोई कहानी सुणा, तो जदों पोतरा अग्गों हंगारा दे जाना हूँ हाँ, इहदा मतलब जागदा, तो जदों हंगारा देणों बंद हो जाना तो दादे नूं समझ आ जानी भी हुण मेरा पोतरा सौ गया। तो मेरी एक आदत इदां दी है भी गुरुद्वारे जो कथा विचार करिए तो अगे हंगारा दिओ, पता लगे सुन रहा, नहीं तो अगे बंदा ये बैठा सोची जा कथा समाप्त होनी आ 1 बजे तो 1:30 बजे मैं बंदे नूं मिलना जिहदे कोल मैं पैसे लैणे आ। बोलो साध संगत जी, हुण मैं अच्छा वो बंदा अगे बैठा सिर भी मेरे अगे इदां ही मार रहा, तो मैं कहना वो कथा सुन रहा वा, पर उहदे दिमाग 'ਚ की चल रहा भला? कई बार तुसीं अपने घर 'ਚ बंदा तैयार होकर निकल लगा तो बच्चे कहते पापा आ समान लैओ, तो पापा जी के दिमाग 'ਚ कुछ होर चली जाता। वो शामां जो पापा जी खाली हत्थ आ जाते हैं ना, बच्चे पुछदे डैडी तुहानूं सवेरे दस्सिया सी, हुण डैडी दस्से कि भी जदों तुसीं दस रहे सी उदों डैडी का मन तुहाडे विच है ही नहीं सी। किसी दी गल नूं ध्यान नाल सुणो। जपजी साहिब दीआं 8 पौड़ियां ध्यान नाल पढ़ो। किहड़ियां किहड़ियां? पहिलां 4 सुणन वालियां, मुड़ के 4 मनण वालियां। जिस बंदे ने जिंदगी 'ਚ गल नूं ध्यान नाल सुणिया नहीं ना, ਉਹਦੇ ਕੋਲੋਂ ਤੁਸੀਂ ਮੰਨਣ ਦੀ ਉਮੀਦ ਕਿੱਦਾਂ ਲਾਓਗੇ ਭਲਾ? क्यों साध संगत जी? ਮੰਨਣ ਦੀ ਗੱਲ ਦੂਜੇ ਨੰਬਰ ਤੇ ਆਉਣੀ ਆ, ਪਹਿਲਾਂ ਗੱਲ ਸੁਣਨ ਦੀ ਆਉਣੀ ਆ। ਸੁਣਨ ਵਾਸਤੇ ਰੱਬ ਨੇ 2 ਕੰਨ ਦਿੱਤੇ ਆ, ਪੂਰੇ ਧਿਆਨ ਨਾਲ ਗੱਲ ਸੁਣੋ। ਮੈਂ ਤੇ ਇੱਥੋਂ ਤੱਕ ਵੀ ਕਹਿਣਾ, ਤੁਹਾਡਾ ਬੱਚਾ ਵੀ ਨਿੱਕਾ ਜਿਹਾ ਤੁਹਾਡੇ ਨਾਲ ਗੱਲ ਕਰਦਾ ਨਾ ਤੇ ਮੋਬਾਈਲ ਪਰਾਂ ਕਰ ਦਿਓ, ਉਹਨੂੰ ਕਹੋ ਧਿਆਨ ਨਾਲ, ਪੂਰੀ ਗੱਲ ਧਿਆਨ ਨਾਲ ਸੁਣੋ ਉਹਦੀ। ਇੱਕ ਚੀਜ਼ ਨੋਟ ਕਰਿਓ, ਜਿੰਨੀ ਤੁਸੀਂ ਕਿਸੇ ਬੰਦੇ ਦੀ ਗੱਲ ਧਿਆਨ ਨਾਲ ਸੁਣਦੇ ਜੇ ਨਾ, ਜਦੋਂ ਤੁਸੀਂ ਗੱਲ ਕਰਨੀ ਉਹਨੇ ਧਿਆਨ ਨਾਲ ਹੀ ਅਗਲੀ ਵਾਰ ਉਹਨੇ ਤੁਹਾਡੀ ਗੱਲ ਸੁਣਨੀ। ਜਦੋਂ ਸਿੱਧਾ ਨਾਲ ਗੋਸ਼ਟੀ ਕੀਤੀ ਨਾ ਮਹਾਰਾਜ ਨੇ, ਜਦੋਂ ਸਿੱਧ ਗੱਲ ਕਰਦੇ ਆ ਨਾ, ਗੁਰੂ ਨਾਨਕ ਸਾਹਿਬ ਪੂਰੀ ਧਿਆਨ ਨਾਲ ਗੱਲ ਸੁਣਦੇ ਉਹਨਾਂ ਦੀ ਵੀ ਆਹ ਗੱਲ ਸਿੱਧ ਕਹਿੰਦੇ ਆ। ਫਿਰ ਜਦੋਂ ਗੁਰੂ ਸਾਹਿਬ ਗੱਲ ਕਰਦੇ ਆ ਨਾ, ਸਿੱਧਾਂ ਦੇ ਅੰਦਰ ਐ ਤਹਿ ਲੱਗਦੀ ਜਾਂਦੀ, ਕਿਉਂਕਿ ਉਹਨੇ ਧਿਆਨ ਨਾਲ ਹੀ ਸਿੱਧਾਂ ਨੇ ਸੁਣੀ ਹੈ। ਤੇ ਜੇ ਬਾਬਾ ਸਿੱਧਾਂ ਦੀਆਂ ਗੱਲਾਂ ਨੂੰ ਧਿਆਨ ਨਾ ਦਿੰਦਾ, ਮਾਫ ਕਰਨਾ, ਸਿੱਧਾਂ ਨੇ ਵੀ ਗੁਰੂ ਨਾਨਕ ਸਾਹਿਬ ਦੀ ਗੱਲ ਵੱਲ ਗੌਰ ਬੋਲੋ ਅੱਗੇ ਨਹੀਂ ਸੀ ਕਰਨਾ। ਹੁਣ ਇੱਥੇ ਲਾ ਲਓ ਗੱਲ, ਮੰਨ ਲਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗ੍ਰੰਥੀ ਸਿੰਘ, ਪਾਠੀ ਸਿੰਘ, ਪ੍ਰਚਾਰਕ ਰਾਗੀ ਪੜ੍ਹਦਾ, ਮੰਨ ਲਓ ਇਹ ਗੁਰੂ ਨਾਨਕ ਸਾਹਿਬ ਦੀਆਂ, ਗੁਰੂ ਨਾਨਕ ਸਾਹਿਬ ਹੀ ਸਾਡੇ ਨਾਲ ਗੱਲਾਂ ਕਰ ਰਹੇ ਆ, ਕੀ ਅਸੀਂ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਵੱਲ ਧਿਆਨ ਦੇ ਰਹੇ ਹਾਂ? ਬੋਲ ਕੇ ਦੱਸਿਓ, ਬੋਲੋ ਅੱਗੇ ਜੀ ਨਹੀਂ। ਤੇ ਜਦੋਂ ਆਪਾਂ ਕਹਿੰਦੇ ਬਾਪੂ ਆ ਲਿਆ ਦੇ, ਬਾਪੂ ਆ ਲਿਆ ਦੇ, ਤੇ ਬਾਪੂ ਅੱਗੇ ਆਉਂਦਾ ਜਦੋਂ ਤੇਰੇ ਕੋਲ ਮੇਰੀ ਗੱਲ ਸੁਣਨ ਦਾ ਟਾਈਮ ਹੈ ਨਹੀਂ। ਬੋਲੋ ਜੀ, ਜਦੋਂ ਤੇਰੇ ਕੋਲ ਮੇਰੀ ਗੱਲ ਸੁਣਨ ਦਾ ਵਕਤ ਹੈ ਨਹੀਂ, ਤੂੰ ਮੇਰੀ ਗੱਲ ਨੂੰ ਧਿਆਨ ਨਹੀਂ ਦੇ ਰਿਹਾ, ਤੇ ਭਾਈ ਮੈਂ ਤੇਰੀ ਗੱਲ ਵੱਲ ਧਿਆਨ ਕਿਉਂ ਦੇਵਾਂ ਬਈ? ਜੇ ਅਸੀਂ ਚਾਹੁੰਦੇ ਹਾਂ ਸਾਡਾ ਗੁਰੂ ਸਾਡੀ ਗੱਲ ਨੂੰ ਧਿਆਨ ਨਾਲ ਸੁਣੇ, ਤਾਂ ਸਾਨੂੰ ਪਹਿਲਾਂ ਆਪਣੀ ਗੱਲ ਨੂੰ, ਗੁਰੂ ਦੀ ਵਿਚਾਰ ਨੂੰ ਧਿਆਨ ਨਾਲ ਸੁਣਨਾ ਪੈਣਾ। ਹੁਣ ਧਿਆਨ ਨਾਲ ਸੁਣਿਓ, ਬਰਫ਼ ਹੈ, ਉਹਨੂੰ ਅਗਲੇ ਦਿਨ ਰੱਖਣ ਵਾਸਤੇ ਆਪਾਂ ਕੀ ਕਰਦੇ ਸੀ? ਕਿਸੇ ਕੱਪੜੇ 'ਚ ਲਪੇਟ ਲੈਂਦੇ ਸੀ ਵੀ ਇਹਦੇ 'ਤੇ ਸੂਰਜ ਦੀ ਰੌਸ਼ਨੀ ਨਾ ਪਵੇ, ਕਿਰਨਾਂ ਨਾ ਪੈਣ, ਧੁੱਪ ਨਾ ਪਵੇ ਤੇ ਪਿਘਲ ਨਾ ਜਾਏ। ਹੁਣ ਤੁਸੀਂ ਬਰਫ਼ ਦਾ ਕੋਈ ਵੀ ਲੈ ਲਓ ਪੀਸ, ਧੁੱਪੇ ਰੱਖ ਦਿਓ, ਕੁਝ ਕਰਨ ਦੀ ਲੋੜ ਨਹੀਂ। ਸੂਰਜ ਦੀ ਤਪਸ਼ ਨੇ ਜਦੋਂ ਤੇ ਸੂਰਜ ਦੀਆਂ ਕਿਰਨਾਂ ਪੈਣੀਆਂ, ਜਲ ਕਾ ਜਲ, ਬੋਲੋ ਜਲ ਕਾ ਜਲ, ਸਿੱਧੀ ਬਰਫ਼ ਕੰਮ ਨਹੀਂ ਆਉਂਦੀ ਕਦੀ ਵੀ। ਜਦੋਂ ਬਰਫ਼ ਆਪਣੇ ਅਸਲੀ ਰੂਪ 'ਚ ਆਉਂਦੀ, ਅਸਲੀ ਰੂਪ ਪਾਣੀ ਆ, ਜਦੋਂ ਬਰਫ਼ ਦਾ ਅਸਲੀ ਰੂਪ ਬਣੂ ਪਾਣੀ, ਪਾਣੀ ਕੰਮ ਆਏਗਾ। ਹੁਣ ਇੱਥੇ ਮੀਨਿੰਗ ਇਹ ਹੈ, ਸਾਡਾ ਮਨ ਬਰਫ਼ ਦੀ ਤਰ੍ਹਾਂ ਸਖਤ ਹੋ ਚੁੱਕਾ, ਸਾਡਾ ਮਨ ਬਰਫ਼ ਦੀ ਤਰ੍ਹਾਂ, ਬੋਲੋ ਸਾਰੇ, ਸਖਤ ਹੋ ਚੁੱਕਾ। ਹੁਣ ਤੁਸੀਂ ਪਾਣੀ ਦਾ ਜੱਗ ਭਰ ਕੇ ਕਿਸੇ ਬੰਦੇ ਤੇ ਪਾਓ, ਗਿੱਲਾ ਹੀ ਹੋਊ, ਵੱਧ ਤੋਂ ਵੱਧ ਹੋਰ ਤੇ ਕੁਝ ਨਹੀਂ ਹੋਣਾ। ਉਹ ਜੱਗ ਬਰਫ਼ ਬਣ ਜੇ, ਫੇਰ ਮਾਰੋ ਬੰਦੇ ਤੇ, ਕੀ ਹੋਏਗਾ ਜੀ ਭਲਾ? ਬੋਲੋ ਸਾਧ ਸੰਗਤ ਜੀ, ਇਹ ਤੇ ਸ਼ਬਦ ਦੇ ਅਰਥ ਨਹੀਂ ਹੈਗੇ। ਜੱਗ ਪਾਣੀ ਦਾ ਪਾਓਗੇ ਤੇ ਵੱਧ ਤੋਂ ਵੱਧ ਗਿੱਲਾ ਹੋਏਗਾ, ਤੇ ਜੇ ਉਹ ਜੱਗ ਪਾਣੀ ਦਾ ਕੀ ਬਣ ਜਾਏ ਤੇ ਉਹ ਵਗਾਤੀ ਮਾਰੋ, ਕੀ ਹੋਊ ਭਲਾ? ਬਸ ਇਦਾਂ ਹੀ ਜਿਹੜਾ ਸਾਡਾ ਮਨ ਹੈ ਬਰਫ਼ ਬਣ ਚੁੱਕਾ, ਜਿਹੜਾ ਕਿਸੇ ਦੇ ਕੰਮ ਆਉਣ ਜੋਗਾ ਨਹੀਂ। ਇੱਥੇ ਸੂਰਜ ਕੀ ਆ? ਗੁਰੂ ਦਾ ਉਪਦੇਸ਼।
ਜਦੋਂ ਗੁਰੂ ਉਪਦੇਸ਼ ਦੀਆਂ ਕਿਰਨਾਂ ਸਿੱਖਿਆਵਾਂ ਮੇਰੇ ਬਰਫ਼ ਬਣ ਚੁੱਕੇ ਇਸ ਮਨ ਉੱਤੇ ਜਦੋਂ ਪੈਣਗੀਆਂ, मेरा मन बर्फ बनया, जो पानी बनेगा जल का जल हुआ राम, फिर माँ के काम भी आऊ, पिता के काम भी आऊ, भैनों के काम भी आऊ, भरावां के काम भी आऊ, समाज के काम भी आऊगा। फिर इसे नूं आख्या सच्चे मार्ग चलदियां उस्तत करे। तो असीं इन्हां शब्दां नूं पता की सोच के बैठे हैं, ये मरण तो बाद जल का जल, सूरज किरण मिले जल का जल हुआ राम। नहीं भाई, शब्द का एक एक बंद, एक एक विचार जिउंदे जी बंदे नूं समझाउण वास्ते है। मन सख्त हो चुका है, अज बंदा काम नहीं आ रहा एक दूजे दे। उदों आएगा जदों गुरु ज्ञान दीआं किरनां इस मन उत्ते पैणगीआं। इत्थे पातशाह जी कहंदे ने तेरा नाम करी चण नाठिया, जे मन उरसा होए। अपने मन नूं उरसा बना ला, पत्थर बना ला, जे ते चंदन कसाया जांदा। करनी कुंगू जे रलाए, केसर महंगा, कुंगू कहते अपने आचरण नूं महंगा बना ला, यानी कि अपना आचरण केसर बना ला। जिवें केसर महंगा, आचरण बड़ा। करनी कुंगू जे रलाए, घाटे अंतर पूजा होए। फिर तेनों बाहरों टल्लियां खड़काउण दी लोड़ नहीं पवेगी, तेरे अंदर अपने आप ही पूजा होंदी रहेगी। तू गड्डी चला रहा तां भी पूजा हो रही है, तू दुकान ते समान तोड़ रहा तां भी पूजा हो रही है, तू हल वाह रहा तां भी पूजा हो रही है, घर साडी भैन प्रशादा पका रही तां भी पूजा हो रही है, जे तुसी किसी थां ते कोई जॉब कर रहे हो तां भी पूजा हो रही है। जानी कि तुहानूं वखरा पखंड करन दी लोड़ नहीं। जे किरदार बन गया ते उठत बैठत सोवत ध्याईए, मार्ग चलत हरे हर गाइए। घाटे अंतर पूजा होए, फिर घट विच हिरदे विच अपने आप ही पूजा होएगी, हर वक्त ही पूजा होंदी रहेगी। घाटे अंतर पूजा होए, पूजा कीचै नाम ध्याईए। नाम नूं ध्याउणा ही उस परमेश्वर की सच्ची सुची पूजा है। बिन नावै पूज न होए। अच्छा, पूजा लई समान किहड़ा किहड़ा चाहिदा? आम चाहिए सी दुध फुल ये समगरी। तो भगत रविदास जी ने पता की आख्या, जेड़ा जेड़ा समान पूजा लई चाहिए है तो पहले ही झूठा होया पिया। दूध तां बछड़ा थणों बिटारियो, दुध तां बछे ने थण तो ही झूठा करता। जिथों आपां दुध चोया, दुध कढ़िया, सब तो पहला उत्थे वछे वछी ने उस थण नूं मूँह च पाया। जिहड़ा तुहाडे विचों कदी गावां मੱਝਾਂ अपने हत्थीं चो के वेखियां होणगीਆਂ, जदों गावां मੱਝਾਂ नूं चोईदा ना, उन्हां दे थणां नूं कोई सर्फ साबण शैंपू नाल नहीं धोंदा। उदां ही मੱਝਾਂ गावां बहिंदियां ने, इदां आपां पानी मारदे आ, किलो अद्धा किलो पानी हुंदा किसान कोलों। जिहड़ा जदों मੱਝਾਂ चोण लगदा, जिहड़े ग्वाले गुजर मੱਝਾਂ गावां चोंदे आ, वो इदां थोड़ा जिहा पानी इदां थणां नूं मारदे आ ते उन्हां हत्थां नाल ही वो मੱਝਾਂ गावां चोण लग पैंदे आ। कहते आपां की आने साडे बाबा जी चाह नहीं पींदे, ये समुंदर पींदे आ, क्योंकि समुंदर सुच्चा हुंदा। बाणी आंदी समुंदर ते झूठा हो गया, क्योंकि ये तो पहला वच्छे ने चुंघिया है वो जगह। ते अज तक कदी किसी बंदे ने गां मੱਝ चोण तो पहला कदी इदां कीता भी जेड़े वच्छे ने वच्छी ने कट्टे कट्टी ने मੱਝ गां दा दुध पीना, उन्होंने कहा होवे कि ब्रश कर ला भाई, साढ़े घर बड़े पुजे हुए महापुरख आ रहे आ, तू अपना मूँह साफ कर ला। पता नहीं कित्थे कित्थे मूँह, एक गुरबाणी दी विचार है भी वड्डे तो वड्डे किसी किसान नूं पुछ के वेखियो कि कदी उस गां मੱਝ दा दुध चोण लग्या कदी किसी ने कट्टे कट्टी वच्छे वछड़ू दा मूँह पानी नाल साफ कराया नहीं। इदां लिया के खोलिया, उन्हें मूँह लाया। तो तुहाडे विचों ना आ जिहड़ा दुध, वैसे तो दुध नकली बहुत बन रहा है, तुसीं वेख रहा होना। जे आपां पूरे पंजाब जम्मू एंड कश्मीर जिन्ने भी आपां जिन्नियां भी गल्लां करदे हैं, जिन्नियां भी स्टेटां, पूरे भारत देश की आपां जे गल कर लीए, जिन्नी दुध की खपत है उन्नी पैदावार नहीं है। पक्की गल, उन्ना पैदा नहीं हो रहा। तुसीं किसी वड्डे वड्डे डेयरी फार्म के कोल चले जाओ, तुसीं हुणे जाके कहो जी सानूं 50 किलो पनीर चाहिए, अगला कहेगा बस 5 घंटिਆਂ ਨੂੰ आण के लै जी।
ना दुध बाहरों कितों आया है। टावां कोई बंदा मर्द सूरमा जिहड़ा प्योर चीज़ वेच रहा, तैयों तुसीं वेखो अज जिहड़ा आपां पनीर खाने आ, मुड़ के कहंदे है पता नहीं आ मेरे अज प्रॉब्लम जी आ गई है, हजम नहीं हो रहा, भी रबड़ खा रहे हैं आपां किहड़ियां चीज़ां। असी नानक नाम चढ़दी कला तेरे भाणा सरबत दियां भला दियां गल्लां करदे आ। अज तुसीं वेखो टावां बंदा जिहड़ा तंदुरुस्त है, किसी नूं कोई प्रॉब्लम आ रही है, किसी नूं कोई प्रॉब्लम आ रही आ दिवाली ते किन्नियां लोकां दा नकली पनीर खोआ फड़िया जांदा है, कित्थों आउंदा सारा कुछ। असीं तां हर चीज़ विच मिलावट करनी शुरू कर दित्ती है, जानी कि अपना घर भरन वास्ते असीं पता नहीं किन्नियां जिंदगियां दे नाल खिलवाड़ पे कर रहे हाँ। ये इंसानी घातक है, सब तो वड्डी चीज़ है। घट खा लो, थोड़ा खा लो, पर यह किहने अथॉरिटी दित्ती है कि तुसीं अगले नूं जहर खवाओ, पर अगले खा रहे हैं, कोई पुछण नूं तैयार नहीं। बड़ा फर्क पै गया। तुसीं किसी मझ गां दा प्योर दुध दा पनीर खा के वेखिओ, तुहाडे मूँह च भुरेगा, क्योंकि असीं आप मझां गावां दा साडा अपना दुध है। जदों वो पनीर है तुहाडे मूँह च भुरदा है, तो जिहड़ा नकली है वो चिंगम बन जाता है। खिच्चो हुण जदों तुहाडे शरीर च जाना है, फिर किसी दे गुरदे च पत्थरी, किसी दे फिर पित्ते च पत्थरी, किसी नूं कोई प्रॉब्लम, किसी नूं कोई प्रॉब्लम। तो ये जहर वेचण वाला फिर की कह रहा, नानक नाम चढ़दी कला, अगे बोलो जी, सरबत दा भला। वापस परतीए, जिंदगियां नाल खिलवाड़ ना करिए। वेखो नशा तो वड्डी उम्र दा पीऊ, दुध तो छोटे बच्चे ने भी पीना है, दुध तो बजुर्ग के काम भी आना है। मैं कहना सकंजे कसने चाहिए सरकारों वालों, पर गल फिर उत्थे आन के आउंदी है भी चोर कुत्ती रले हुए आ। तुसीं किहदे गाड़ी जाके मझ अगे बीन वजाउण वाली गल है भी रोगे किहदे गाड़ी। बड़े बड़े गैंग समाज में बने हुए ने। साडे उत्थे लुधियाने एक डॉक्टर है वीर, वो कहंदा हस के एक दिन, हिंदू वीर डॉक्टर है, बहुत सियाणा है, इंटैलीजेंट है। वो कहंदा भी मैं कदी कदी सोचदा भी जिन्नी लुधियाने शहर दे विच दुध की खपत हो रही आ, कहंदा कदी लुधियाने शहर के बन्ने बन्ने आपां बह जाइए, मझां गावां लुधियाने च इन्नियां है नहीं, तो पासों दुध भी इन्ना नहीं आउंदा, दुध आ कित्थों रिहा सवाल पैदा हो रहा। ये गली मैं किसी एक स्टेट की गल नहीं कर रहा, पर इन्हां विषयां ते कोई गल करन नूं तैयार नहीं है। अच्छा जिहदे किते पनीर के पकौड़े निकले होण, तो दूजियां नालों साडा जोर ज़्यादा खाण नूं भज के उधर पैंदा भी ये खा लो, बाद च घर के अज पेट गैस जी हुई है मैनूं, भी आपे ही होनी है। असीं जहर खा रहे हैं, असीं अमृत नहीं खा रहे। सब तो चीज़ अमृत है पानी। तुसीं पानी पीओ, तुहाडा शरीर तंदुरुस्त रहेगा, तुहाडी स्किन तंदुरुस्त रहेगी, तुहाडीआं अखां वधिया रहणगीआं। जदों तुसीं जहर खाओगे तो कुदरती गल है जहर का वरतारा होएगा होएगा। चलो अजे विदेशों कुछ हद तक इतों बचिया होया काम है, उत्थे एक एक चीज़ की परख हुंदी है, फिर जाके वो आम पब्लिक तक पहुँचाई जाती है। इत्थे ते अजे रब राखा भी अजे इधर साडा ध्यान नहीं हैगा। उत्थे तुसीं बही चीज़ भी जिहड़ी है ना, पुरानी चीज़ तुसीं राहत बनी चीज़ भी सवेरे देनी आ, छापा वज गया ना किते अगले जुर्माना करके जाते, उत्थे फिर डरदा बंदा ये काम करदा ही नहीं हैगा। आ जदों फ्रिजां आईयां ना नवीं नवीं, बजुर्ग इन्हां नूं गरीब मार आंदे सी, फ्रिजां नूं कहना गरीब मार। पता की कहना, अगे घर कोई चीज़ बनी होनी किसी गली मुहल्ले च, कहना लोड़वंद नूं तूं खा ला, अज ये वाधू बन जाए की करी दी भला, बोलो अगे। शाही पनीर बनया चल फ्रिज च, साग बनया चल फ्रिज च, खीर बनी चल फ्रिज च। तो कई इस गलों मशहूर होंगे, कहते एक हफ्ते की दाल खानी हो तो फलाने घर चल जाओ, भी जाने कि तुहानूं एक हफ्ते का भी पुराना समान उन्हों की फ्रिज में बनया मिल जाना वा। तो पुराने बजुर्ग जो पहली बार ये चीज़ां आईयां, उन्हें आख्या ये गरीब मार चीज़ है। भला की भी किसी घर बनी होगी वाधू, कोई दूजा लोड़वंद खा लू, अगला आपे ताजी बनाऊँ, इत्थे बंदा बना बना के स्टोर करी जाता। पर वो टावियां बीबियां वा, उन्हां गाड़ी सिर झुकदा, जिहड़ियां कहंदियां मैं उन्नी वस्ती बनाऊँ जिहड़ी अपने परिवार नूं खवादा, वाधू बना के वेस्ट ना करा, ते ना मैं बही अपने बच्चे नूं खवां। सानूं इन्हां गल्लां वल भी गौर करन दी लोड़ है। ये सैमीनार होने चाहिए, इन्हां गल्लां ते चर्चा होनी चाहिए, ताकि असीं अपना शरीर, अपना तन, अपना मन, अपना परिवार, अपना समाज इनू तंदुरुस्त रख सकीए। तो पातशाह जी इत्थे कहंदे ने, पूजा कीचे नाम ध्याई है, बिन नामै पूज न होए। अगली एग्जाम्पल दिती, बाहर देव पखाली है। जिवें एक मंदिर का पुजारी सेवादार सवेरे उठ के मूर्ति नूं पानी नाल साफ करदा है, धोंदा है, हे भाई
इदां तू अपने मन नूं रोज़ सतगुर की बाणी नाल साफ करिया कर, धोया कर। आपां जदों सवेरे उठते हाँ, बंदे का की काम हुंदा है? ब्रेकफास्ट करन तो पहलां बंदा सरीरक क्रियावां करदा, शरीर का इशनान करदा, तन की मैल लाउंदा। कहंदे जिवें तू सवेरे उठ के तन की मैल तो शुरुआत करदा, तन की मैल लाउण तो, आलस लाउण तो शुरुआत करदा, इदां ही अपने मन की मैल लाउण की शुरुआत सतगुर की बाणी राहीं कर। बाहर देव पखाली है, जिवें बाहरों मूर्ति नूं पानी नाल धोता जांदा है, इदां ही सतगुर की बाणी नाल अपने मन नूं साफ कर। बाहर देव पखाली है, जे माना धोवै कोए, जे कोई इदां ही अपने मन नूं गुरु की बाणी नाल धोवे, साफ करे। महाराज जी मैनूं फायदा की हो? कहंदे आ फायदा हो। झूठ लहै, जिवें भांडा मांझीए तो झूठ लह जाती है ना। किसी भांडे नूं ठंडा लगा होवे, घ्यो लगा होवे, की करीदा भला? उहनूं गर्म पानी नाल साफ करीदा तो ठंडा लह जाता, साफ ऐ चमक जाता बर्तन। कहंदे जिहड़ा मन आ, जदों इहनूं मैं सतगुर की बाणी नाल धोवांगा, झूठ लहै जियो मांझीए, जियो मांझिया जाएगा। मोख प्याणा होए, तेरा रास्ता मोख हो जाएगा, मुक्त हो जाएगा, जानी कि तेरा रास्ता साफ हो जाएगा, तू जिउंदे जी बंधना तो मुक्त हो जाएगा। अगे पातशाह जी कहते ने, पशु मिलै चंगियाइयां, खड़ खावै अमृत दे। आपां ना कई बारी कोई बंदा नकम्मा होवे, उहनूं आपां पशु डंगर कह के समाज में संबोधन करते हैं। तुसीं वेखिआ ना कई बारी समाज विच ना बंदे ने लावां लै लियां, पति बन गया, पत्नी विआह के घर ले आया, बच्चे हो गए, नशा च पै गया। एक दिन उन्होंने ये नहीं पता मेरा पुत किहड़ी क्लास च पढ़दा, मेरी धी किहड़ी क्लास च पढ़दी आ। कदी अपने हत्थीं अपनी पत्नी नूं कोई समान नहीं लिया के दिता, जानी कि उन्हें पति होने वाली जिम्मेवारी एक भी नहीं निभाई। ते पत्नी बेचारी लोगों के बर्तन मांज मांज के अपने घर का गुजारा करती है। कदी फलाने थां ते बर्तन मांजदी है, फलाने घर सफाई करती है, अपना परिवार पालती है। ते पति सारी दिहाड़ी कदी उत्थों नशा कर, कदी उत्थों नशा कर, जेड़े चार पैसे पत्नी बेचारी लोगों के काम कर कर इकट्ठे करती है, कई बार वो भी खो के अपने नशियां ते ला दिंदा। ते इहो जे बंदे नूं कई बारी रिश्तेदार परिवार भी कहते, वो की डंगरां वांगू पशुआं वांगू 24 घंटे लम्मा पिया रहना, कोई थोड़ा बहुता बोलो जी, इदां कहने आपां। ते जे किते लागे कोई मझ बद्धी सुनदी होवे, ते जे वो बोलदी भी होवे, मान लो वो पता क्यों की कहूगी? वो कहूगी इहनूं तुसीं पशु कह के साडी तौहीन कीती आ, इहनूं डंगर कह के तुसीं साडा अपमान कीता। आपां पुछांगे वो किवें? वो अग्गेों मझां गावां कहणगियां सानूं किसान पंजां चौं नूं रोज़ पट्ठे पाउंदा, ते असीं सवेरे उठ के किसान दे घर 5-6 जाणियां 40-50 लीटर दुध इकट्ठा कर दिंदियां, ते किसान ये दुध वेच के अपने बच्चियां नूं आटा भी लिया के खवाउंदा, स्कूल दीयां फीसां भी तारदा, इहदी गड्डी च पेट्रोल भी पैंदा। असीं 5-4 इकट्ठियां हो के किसान दी रोजी रोटी दा वसीला बणियां होईयां, साडे सिर तो किसान रोटी खांदा, ते आ जिहनूं तुसीं पशु कहा, अगे हुण तुसीं सोच लो, जिहनूं तुसीं डंगर कहा, ये तो अपनी पत्नी नूं भी कुट के मार के इहदे कोलों पैसे खो के ते अपने नशियां ते लांदा। जानी कि इहदा मतलब ये होया, जेड़ा बंदा काम नहीं करता, निकम्मा है, उहनूं पशु कहना भी पशु दा, उच्ची बोलो हुण, अपमान है। इहदा मतलब उहनूं डंगर भी ना कहो, उहदे तो भी कोई थल्ले वाला शब्द हैगा ते ओह उहदे लई वरतना चाहीदा। तो इत्थे पातशाह कहंदे ने, पशु मिलै चंगियाइयां, पशु तो बहुत ही चंगा है। खड़ खावै अमृत दे, खड़ खा के सुक्का घाह खा के भी अमृत रूपी दुध दिंदा। खड़ खावै अमृत दे, नाम विहूणे आदमी, जेड़े नाम तो विहूणे आ, गुरु की सिक्ख्या तो विहूणे आ, जेड़े सच तो सखणे आ, त्रिग जीवन कर्म करे। कहंदे त्रिग जीवन उन्हां दा जेड़े गुरु की विचार तो सखणे होके अपना जीवन गुजारते पे ने। ते पातशाह कहंदे नेड़ा है दूर ना जाणियो,
ਵੇਖੋ ਹੁਣ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਲੋ ਕੇ। ਕਈ ਵਾਰੀ ਨਾ ਆਪਾਂ ਕੋਈ ਫੰਕਸ਼ਨ ਕਰਦੇ ਆ ਤੇ ਮਹਾਰਾਜ ਦਾ ਸਰੂਪ ਨਹੀਂ ਹੁੰਦਾ, ਉੱਥੇ ਬੰਦਾ ਦੁਬਿਧਾ 'ਚ ਪੈ ਜਾਂਦਾ, ਮੈਂ ਮੂੰਹ ਕਿੱਧਰ ਨੂੰ ਕਰਕੇ ਅਰਦਾਸ ਕਰਾਂ। ਕਈ ਚੜ੍ਹਦੇ ਬੰਦੇ ਮੂੰਹ ਕਰਨਗੇ, ਕਈ ਕੋਈ ਫੋਟੋ ਰੱਖਣਗੇ। ਪਤਾ ਸਤਿਗੁਰੂ ਜੀ ਬਾਣੀ 'ਚ ਕੀ ਆਂਦੇ ਆ? ਕਹਿੰਦੇ ਮੈਨੂੰ ਇਹ ਦੱਸੋ ਵੀ ਜਿਹੜੇ ਬੰਨੇ ਵੀ ਮੂੰਹ ਕਰੋਗੇ ਪਰਮੇਸ਼ਰ ਤੇ ਉਸ ਬੰਨੇ ਵੀ ਹੈਗਾ। ਇਹ ਆਪਣੇ ਮਨ 'ਚ ਕਦੀ ਭਰਮ ਨਹੀਂ ਪਾਲਣਾ ਕਿ ਮੈਂ ਇੱਧਰ ਨਹੀਂ ਮੂੰਹ। ਕਈਆਂ ਪਰਿਵਾਰਾਂ 'ਚ ਇੱਥੋਂ ਤੱਕ ਵੀ ਵਹਿਮ ਕੀਤਾ ਜਾਂਦਾ, ਜਦੋਂ ਪੁੱਤਰ ਧੀ ਦਾ ਕਿਤੇ ਸਗਨ ਲੱਗਣਾ ਹੋਵੇ ਨਾ, ਉਹ ਕਹਿਣਗੇ ਚੜ੍ਹਦੇ ਬੰਨੇ ਮੂੰਹ ਕਰੋ ਇਹਦਾ। ਆਪਣੇ ਪੁੱਤਰਾਂ ਧੀਆਂ 'ਚ ਗੁਣ ਪੈਦਾ ਕਰੋ। ਘਰ ਮੂੰਹ ਭਾਵੇਂ ਲਹਿੰਦੇ ਵੱਲ ਕਰ ਦਿਓ ਤੇ ਭਾਵੇਂ ਚੜ੍ਹਦੇ ਵੱਲ ਕਰ ਦਿਓ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਸੰਸਕਾਰ ਚੰਗੇ ਦਿਓ। ਜੇ ਸਾਡੇ ਸੰਸਕਾਰ ਚੰਗੇ ਨਹੀਂ ਹੋਣਗੇ ਤੇ ਭਾਵੇਂ ਚੜ੍ਹਦੇ ਵੱਲ ਮੂੰਹ ਕਰੋ ਤੇ ਭਾਵੇਂ ਲਹਿੰਦੇ ਵੱਲ ਮੂੰਹ ਕਰੋ, ਭਾਵੇਂ ਪੂਰਬ ਵੱਲ ਕਰੋ ਤੇ ਭਾਵੇਂ ਪੱਛਮ ਵੱਲ ਕਰੋ, ਇਹਦੇ ਨਾਲ ਕੀ ਫਰਕ ਪੈਣਾ? ਹੁਣ ਗੱਲ ਤੇ ਇਹ ਆ, ਜਿਹੜੇ ਬੰਦੇ ਨੇ ਕਦੀ ਗੱਡੀ ਦੀ ਸਰਵਿਸ ਟਾਈਮ ਨਾਲ ਨਹੀਂ ਕਰਾਈ, ਕਦੀ ਚੰਗੇ ਵਧੀਆ ਟਾਇਰ ਨਹੀਂ ਪਵਾਏ, ਕਦੀ ਉਹਦੇ ਤੇ 2 ਪੈਸੇ ਨਹੀਂ ਲਾਏ, ਤੇ ਉਹ ਗੱਡੀ ਮਗਰ ਲਿਖੇ ਬੁਰੀ ਨਜ਼ਰ ਵਾਲੇ, ਤੇਰਾ ਮੂੰਹ ਕਾਲਾ, ਨਿੰਬੂ ਮਿਰਚਾਂ ਵੀ ਟੰਗੇ, ਦੱਸੋ ਭਲਾ ਇਹਦੇ ਨਾਲ ਗੱਡੀ ਤੁਰ ਪਊ? ਜਿਹੜਾ ਬੰਦਾ ਸਵੇਰੇ ਆਪਣੇ ਜਿੱਦਾਂ ਆਪਣੇ ਸਰੀਰ ਦਾ ਧਿਆਨ ਰੱਖਦਾ, ਕਈਆਂ ਨੇ ਡਾਇਰੀਆਂ ਲਾਈਆਂ ਹੁੰਦੀਆਂ ਵੀ 1-2 ਕਿਲੋਮੀਟਰ ਵੀ ਮੈਂ ਆਪਣੀ ਗੱਡੀ ਨੂੰ ਵੱਧ ਨਹੀਂ ਚਲਾਉਣਾ, ਟਾਈਮ ਨਾਲ ਸਰਵਿਸ ਕਰਾਉਣੀ ਹੈ। ਜਦੋਂ ਆਪਾਂ ਗੱਡੀ ਦੀ ਰੱਜ ਕੇ ਸੇਵਾ ਕਰਦੇ ਹਾਂ, ਫਿਰ ਗੱਡੀ ਅੱਗਿਓਂ ਪਤਾ ਕੀ ਆਂਦੀ ਆ? ਉਹ ਮੇਰਿਆ ਮਾਲਕਾ, ਜੇ ਤੂੰ ਮੇਰਾ ਧਿਆਨ ਰੱਖਦਾ ਤੇ ਮੈਂ ਤੇਰਾ ਫੁੱਲ ਧਿਆਨ ਰੱਖੂੰ, ਕਦੀ ਤੈਨੂੰ ਰਸਤੇ 'ਚ ਖਰਾਬ ਨਹੀਂ ਕਰਾਂਗੀ। ਤੇ ਜਿਹੜੇ ਬੰਦੇ ਨੇ ਕਦੀ ਮੱਝ ਵੱਲ ਵੀ ਆ, ਤੁਸੀਂ ਕੋਈ ਕਾਰੋ, ਤੁਸੀਂ ਆਪਣੀ ਦੁਕਾਨ ਵੱਲ ਹੀ ਵੇਖ ਲਓ। ਜਿਹੜਾ ਬੰਦਾ ਆਪਣੀ ਰੋਜੀ ਰੋਟੀ ਕਿਰਤ, ਜਿੱਥੇ ਵੀ ਤੁਸੀਂ ਕੰਮ ਕਰਦੇ ਹੋ, ਤੁਹਾਡੀ ਦੁਕਾਨ ਹੈ, ਤੁਹਾਡੀ ਖੇਤੀ ਹੈ, ਤੁਹਾਡਾ ਆਫਿਸ ਹੈ, ਜਿੱਥੇ ਵੀ ਤੁਸੀਂ ਕੰਮ ਕਰਦੇ ਹੋ, ਜਿਹੜਾ ਬੰਦਾ ਆਪਣੀ ਕਿਰਤ ਪ੍ਰਤੀ ਇਮਾਨਦਾਰ ਹੈ ਨਾ, ਆਪਣੀ ਦੁਕਾਨ ਪ੍ਰਤੀ ਇਮਾਨਦਾਰ ਹੈ, ਆਪਣੇ ਕਿੱਤੇ ਪ੍ਰਤੀ ਇਮਾਨਦਾਰ ਹੈ, ਫਿਰ ਉਹ ਕਿੱਤਾ ਆਂਦਾ, ਜੇ ਬੰਦਿਆ ਤੂੰ ਮੇਰੀ ਇੰਨੀ ਦੇਖਭਾਲ ਕਰਦਾ, ਮੇਰੇ ਹੁੰਦਿਆਂ ਤੇਰੇ ਹੱਥ 'ਚ ਕਟੋਰਾ ਨਹੀਂ ਆਏਗਾ, ਮੈਂ ਤੈਨੂੰ ਦਰ ਦੀ ਭੀਖ ਨਹੀਂ ਮੰਗਣ ਦੇਵਾਂਗਾ। ਸੱਚਾਈ ਹੈ। ਜੇ ਕਿਸਾਨ ਨੇ ਮੱਝ ਘਰ ਲਿਆ ਕੇ ਉਹਦੇ ਵੱਲ ਵੇਖਣਾ ਹੀ ਨਹੀਂ, ਉਹਨੂੰ ਕਦੀ ਉਹਦੀ ਸੇਵਾ ਹੀ ਨਹੀਂ ਕਰਨੀ, ਤੇ ਮੱਝ ਦੁੱਧ ਦੇਵੇਗੀ ਭਲਾ? ਦੁਕਾਨ ਖੋਲ ਕੇ, ਕਾਰੋਬਾਰ ਖੋਲ ਕੇ ਵਿੱਚ ਬਹਿਣਾ ਹੀ ਨਹੀਂ, ਟਾਈਮ ਦੇਣਾ ਹੀ ਨਹੀਂ, ਤੇ ਗਾਹਕ ਕਿੱਥੋਂ ਆਏਗਾ ਜੀ? ਉੱਥੇ ਤੇ ਹਲੇਮੀ, ਜ਼ੁਬਾਨ ਤੇ ਸ਼ਹਿਦ ਲਿਆਉਣਾ ਪੈਣਾ। ਸਭ ਤੋਂ ਪਹਿਲਾ ਗੁਣ ਹੈ ਦੁਕਾਨਦਾਰ ਦਾ, ਜ਼ੁਬਾਨ ਦੀ ਮਿਠਾਸ। ਗਾਹਕ ਆਣ ਕੇ ਗਲ ਪੈ ਵੀ ਜਾਵੇ ਨਾ, ਕਰੋਧ ਗੁੱਸੇ 'ਚ, ਅੱਗੇ ਇਦਾਂ ਹੀ, ਹਾਂਜੀ ਵੇਖੀ ਸਿਖਰ ਤੇ ਪਹੁੰਚ ਜਾਏਗਾ। ਤੇ ਜੇ ਗਾਹਕ ਕਲਪਿਆ, ਅੱਗੇ ਤੂੰ ਵੀ ਕਲਪ ਗਿਆ, ਬੋਲੋ ਜੀ, ਗਾਹਕ ਤੇ ਕਲਪੇਗਾ ਹੀ। ਕੁਦਰਤੀ ਗੱਲ ਹੈ, ਤੁਹਾਡੇ ਵਿੱਚੋਂ ਕਈ ਬਿਜ਼ਨਸਮੈਨ ਬੈਠੇ ਹੋਣੇ ਆ, ਜੇ ਗਾਹਕ ਕਲਪ ਗਿਆ। ਜਪਜੀ ਸਾਹਿਬ ਦੀਆਂ ਕਿੰਨੀਆਂ ਪੌੜੀਆਂ ਭਲਾ ਜੀ? ਕਿੰਨੀਆਂ ਜੀ? ਵੇਖ ਲਓ। ਹੁਣ ਕਈਆਂ ਕਹਿਣਾ ਵੀ ਦੱਸੋ ਸੱਦਿਆ ਤੁਹਾਨੂੰ ਪੌੜੀਆਂ, ਸਾਨੂੰ ਪੁੱਛ ਰਹੇ ਤੁਸੀਂ। 38 ਪੌੜੀਆਂ। ਕਿੰਨੀਆਂ ਜੀ? 38। ਹੁਣ ਜੇ ਆਪਾਂ ਰੋਜ਼ ਪੜ੍ਹੀਏ ਨਾ, ਹੁਣ ਜਾਣ ਲੱਗਿਆ ਨਾ, ਪਰਿਵਾਰ ਨੂੰ ਕਹਿ ਜਿਓ ਵੀ ਅਗਲੀ ਵਾਰੀ ਨਾ ਬੁਲਾਇਓ ਇਸ ਬੰਦੇ ਨੂੰ, ਵੀ ਉਹ ਸਾਨੂੰ ਪੁੱਛੀ ਜਾਂਦਾ ਵੀ ਕਿੰਨੀਆਂ ਪੌੜੀਆਂ। ਜੇ ਆਪਾਂ ਰੋਜ਼ ਪੜਾਂਗੇ ਨਾ, ਇਹ ਕੋਈ ਔਖਾ ਕੰਮ ਨਹੀਂ। ਆਨੰਦ ਸਾਹਿਬ ਦੀਆਂ 40 ਪੌੜੀਆਂ, ਜਪਜੀ ਸਾਹਿਬ ਦੀਆਂ 38 ਪੌੜੀਆਂ। ਇੱਦਾਂ ਜਦੋਂ ਆਪਾਂ ਪੜਾਂਗੇ ਰੋਜ਼, ਸੁਖਮਨੀ ਸਾਹਿਬ ਦੀਆਂ 24 ਅਸ਼ਟਪਦੀਆਂ, ਆਸਾ ਕੀ ਵਾਰ ਦੀਆਂ ਕਿੰਨੀਆਂ ਪੌੜੀਆਂ? 24 ਪੌੜੀਆਂ। ਇੱਦਾਂ ਜਦੋਂ ਤੁਸੀਂ ਪੜੋਗੇ ਰੋਜ਼, ਤੁਹਾਡਾ ਰੋਜ਼ ਵਿਸ਼ਾ ਬਣ ਜਾਣਾ। ਗੱਲ ਕੋਈ ਔਖੀ ਹੋਣੀ ਨਹੀਂ ਆ। ਜਿਹੜੇ ਬੱਚੇ ਮੈਥ ਪੜ੍ਹਦੇ ਆ, ਜਿਹੜੇ ਬੱਚੇ ਆਪਣੇ ਟੀਚਰ ਦਾ ਦੱਸਿਆ ਸਬਜੈਕਟ ਪੜ੍ਹਦੇ ਆ, ਟੀਚਰ ਜੇ ਅੱਧੀ ਗੱਲ ਪੂਰੀ ਕਰਦਾ ਤੇ ਉਹ ਐਨ ਨਾਲ ਹੀ ਟੁਕ ਟੁਕ ਬੋਲੀ ਜਾਂਦੇ ਆ, ਕਿਉਂਕਿ ਅਗਲੇ ਪੂਰੀ ਪੜ੍ਹਾਈ ਦੇ ਉੱਤੇ ਚੜ੍ਹ ਕੇ ਰਹਿੰਦੇ ਆ, ਕੰਮ ਉੱਤੇ ਚੜ੍ਹ ਕੇ ਰਹਿੰਦੇ ਆ। ਤੇ ਜਿਹਨੇ ਪੜ੍ਹਨਾ ਹੀ ਨਹੀਂ, ਬਸ ਉਹ ਗੱਲ ਕਿੱਥੇ। ਹੁਣ ਜਪਜੀ ਸਾਹਿਬ ਦੀ 38 ਨੰਬਰ ਪੌੜੀ ਕਿੱਥੋਂ ਸ਼ੁਰੂ ਹੁੰਦੀ ਭਲਾ? ਜਤ ਪਹਾਰਾ। ਅੱਗੇ ਜੀ ਧੀਰਜ। ਵੈਸੇ ਤਾਂ ਧੀਰਜ ਹਰ ਦੁਕਾਨਦਾਰ ਨੂੰ ਰੱਖਣਾ ਪੈਂਦਾ, ਪਰ ਜਿਹੜਾ ਸੁਨਿਆਰਾ ਹੁੰਦਾ ਨਾ, ਉਹਦਾ ਧੀਰਜ ਸਿਖਰ ਦਾ ਹੁੰਦਾ। ਕਦੀ ਤਜਰਬਾ ਕਰਕੇ ਵੇਖਿਓ ਤੁਸੀਂ। ਦੁਕਾਨਦਾਰ ਤੇ ਹਰ ਇੱਕ ਨੂੰ ਧੀਰਜ ਰੱਖਣਾ ਪੈਣਾ, ਭਾਵੇਂ ਕੱਪੜੇ ਵਾਲਾ ਹੋਵੇ, ਭਾਵੇਂ ਕਰਿਆਨੇ ਵਾਲਾ ਹੋਵੇ, ਭਾਵੇਂ ਹਾਰਡਵੇਅਰ ਹੋਵੇ, ਜਿਹੜਾ ਮਰਜ਼ੀ। ਪਰ ਸੁਨਿਆਰੇ ਦਾ ਜਿਹੜਾ ਗਾਹ ਕੰਮ ਆ ਨਾ, ਬੜੀ ਬਰੀਕੀ ਵਾਲਾ ਵਾ। ਅੱਛਾ, ਇੱਕ ਚੀਜ਼ ਹੋਰ ਨੋਟ ਕਰਿਓ, ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਜੀਵਨ ਦੀ ਤੁਲਨਾ ਪਤਾ ਕਿਹੜੀ ਦੁਕਾਨ ਨਾਲ ਕੀਤੀ? ਜਿਹੜੀ ਦੁਕਾਨ ਸਭ ਤੋਂ ਮਹਿੰਗੀ ਹੁੰਦੀ ਆ। ਹੁਣ ਸੁਨਿਆਰੇ ਦੀ ਦੁਕਾਨ ਮਹਿੰਗੀ ਆ, ਉੱਥੇ ਥੋੜ੍ਹਾ ਜਿਹਾ ਵੀ ਸਮਾਨ ਪਿਆ ਤੇ ਲੱਖਾਂ ਦਾ। ਤੇ ਅਗਲੀ ਗੱਲ ਹੋਰ ਸੁਣਿਓ, ਸੁਨਿਆਰੇ ਦੀ ਦੁਕਾਨ ਤੇ ਜ਼ਿਆਦਾ ਸਟਾਫ ਨਹੀਂ ਹੁੰਦਾ। ਇੱਕ ਧੱਕਾ ਮੁੱਕੀ ਨਹੀਂ ਕਦੀ ਵੀ ਹੁੰਦਾ।
ਉੱਥੇ ਰਸ਼ ਬਹੁਤ ਘੱਟ ਵੇਖੋਗੇ ਤੁਸੀਂ, ਬਹੁਤ ਘੱਟ। ਕੱਪੜੇ ਵਾਲੀ ਦੁਕਾਨ ਤੇ ਵੀ ਰਸ਼ ਹੁੰਦਾ, ਸਬਜ਼ੀ ਵਾਲੀ ਦੁਕਾਨ ਤੇ ਵੀ ਰਸ਼ ਹੁੰਦਾ, ਕਰਿਆਨੇ ਵਾਲੀ ਦੁਕਾਨ ਤੇ ਵੀ। ਅੱਛਾ, ਸਾਰੇ ਦੁਕਾਨਦਾਰ ਸਵੇਰੇ ਉੱਠ ਕੇ ਝਾੜੂ ਬਾਹਰ ਨੂੰ ਫੇਰਦੇ ਆ, ਸੁਨਿਆਰਾ ਅੰਦਰ ਨੂੰ ਫੇਰਦਾ। ਉਹਨੂੰ ਪਤਾ ਵੀ ਮੇਰੇ ਝਾੜੂ 'ਚ ਵੀ ਜੇ ਕੁਝ ਖਿਲ ਰਿਹਾ ਆ, ਉਹ ਭਾਵੇਂ ਕੂੜਾ ਉਹਨੇ ਬਾਅਦ 'ਚ ਸੁੱਟ ਹੀ ਦੇਣਾ ਵਾ, ਪਰ ਉਹਨੂੰ ਵੀ ਇੱਕ ਵਾਰੀ ਅੰਦਰ ਨੂੰ ਕਰਕੇ ਨਾ ਇੱਦਾਂ ਵੇਖਦਾ ਵੀ ਕਿਤੇ ਮਾੜਾ ਜਿਹਾ ਵੀ ਕਣਕਾ ਹੋਇਆ ਤੇ ਚੁਗ ਲੈਣਾ ਵਾ ਭਾਈ, ਇਹ ਸੁੱਟਣਾ ਨਹੀਂ ਹੈਗਾ। ਅੱਛਾ, ਮੰਨ ਲਓ ਸੁਨਿਆਰੇ ਨੇ ਕਿਸੇ ਪਰਿਵਾਰ ਦਾ ਗਹਿਣਾ ਬਣਾਇਆ, ਕੜਾ ਬਣਾਤਾ ਪਾਪਾ ਜੀ ਦਾ, ਤੇ ਪਾਪਾ ਜੀ ਦੇ ਹੱਥ ਸੀ ਮੋਟਾ ਤੇ ਕੜਾ ਆਵੇ ਨਾ। ਉਧਰੋਂ ਸਵੇਰੇ ਵਿਆਹ ਸੀ ਤੇ ਆਪਾਂ ਚਲੇ ਗਏ ਸੁਨਿਆਰੇ ਕੋਲ। ਸੁਣਿਓ ਗੱਲ ਹੁਣ ਧਿਆਨ ਨਾਲ। ਮੁੰਦਰੀ ਬਣਵਾ ਲਈ ਤੇ ਮੁੰਦਰੀ ਦਾ ਸਾਈਜ਼ ਫਿੱਟ ਨਾ ਆਇਆ। ਉਧਰੋਂ ਵਿਆਹ ਨੇੜੇ ਆ ਗਿਆ, ਪਹੁੰਚ ਗਏ ਫੇਰ ਸੁਨਿਆਰੇ ਕੋਲ। ਹਾਂਜੀ, ਆ ਗਹਿਣੇ ਦੀ ਸਤਿਆਨਾਸ਼ ਮਾਰਤਾ, ਇੰਨੇ ਦਿਨ ਪਹਿਲਾਂ ਦੇ ਗਿਆ ਸੀ। ਉਹ ਕੀ ਆਂਦਾ, ਅੱਗੇ ਬਣਾ ਦਿੰਦੇ ਆ ਜੀ। ਐਦਾਂ ਉਹਨੇ ਇੱਥੇ ਚਸ਼ਮਾ ਲਾਇਆ, ਕੁਠਾਲੀ 'ਚ ਪਏ ਸੋਨੇ ਨੂੰ ਨਾਲੇ ਘੜੀ ਜਾਂਦਾ ਤੇ ਨਾਲੇ ਤੁਹਾਡੇ ਨਾਲ ਗੱਲਾਂ ਕਰੀ ਜਾਂਦਾ। ਉਹ ਇੱਕੇ ਵਕਤ ਦੋ ਕੰਮ ਕਰ ਰਿਹਾ, ਤੁਹਾਡੀਆਂ ਵੀ ਗੱਲਾਂ ਸੁਣ ਰਿਹਾ ਤੇ ਨਾਲ ਗਹਿਣਾ ਵੀ ਬਣਾ ਰਿਹਾ। ਉਹਨੂੰ ਪਤਾ ਵੀ ਜੇ ਮੈਂ ਗੁੱਸੇ 'ਚ ਆ ਗਿਆ ਨਾ, ਇੱਕ ਗਹਿਣਾ ਪਹਿਲਾਂ ਗਲਤ ਬਣਿਆ, ਦੂਜਾ ਮੈਂ ਆ ਵੀ ਬਣਾ ਦੇਣਾ। ਐ ਧੀਰਜ ਰੱਖਦਾ ਉਹ ਮਨ 'ਚ। ਇਹ ਕਹਿੰਦਾ ਵੀ ਮਨਾ ਸੁਣ ਲਾ, ਜਿੰਨੀਆਂ ਗੱਲਾਂ ਸੁਣੀਆਂ ਜਾਂਦੀਆਂ, ਇਹਨਾਂ ਦੀਆਂ ਗੱਲਾਂ ਸੁਣਨ ਵਾਲੀ ਤੇਰੀ ਵੱਡੀ ਕੋਠੀ ਪਈ ਆ। ਇਹਨਾਂ ਦੇ ਕੌੜੇ ਕਸੈੜੇ ਸ਼ਬਦਾਂ ਨੇ ਤੈਨੂੰ ਵੱਡੀ ਕਾਰ ਲੈ ਕੇ ਦਿੱਤੀ ਆ। ਇਹਨਾਂ ਦੇ ਕੌੜੇ ਕਸੈੜੇ ਸ਼ਬਦਾਂ ਕਰਕੇ ਤੇਰੇ ਘਰ ਰਾਤ ਨੂੰ ਰੋਟੀ ਪੱਕਦੀ। ਅਗਲੇ ਨੂੰ ਪਤਾ ਵੀ ਜੇ ਮੈਂ ਕਲਪ ਕੇ ਅੱਗੇੋਂ ਗਲ ਪੈ ਗਿਆ, ਅਗਲਾ ਕਹੋ ਗਹਿਣਾ ਉੱਥੋਂ ਲੈ ਲੈਣਾ ਜਾ ਕੇ। ਉਹ ਫਿਰ ਐਂ ਟਕਾ ਰੱਖਦਾ। ਸਤਿਗੁਰੂ ਜੀ ਕਹਿੰਦੇ ਜਤ ਪਹਾਰਾ, ਧੀਰਜ। ਆਪਣੇ ਮਨ ਨੂੰ ਵਿਕਾਰਾਂ ਤੋਂ ਰੋਕ, ਇਹਨੂੰ ਬਣਾ ਲਾ ਸੁਨਿਆਰੇ ਦੀ ਦੁਕਾਨ। ਜੱਤ ਜਿਹਨੂੰ ਕਹਿੰਦੇ ਆਪਾਂ। ਜਤੀ ਬਣਨ ਵਾਸਤੇ ਪਰਿਵਾਰ ਛੱਡਣ ਦੀ ਲੋੜ ਨਹੀਂ। ਜਤੀ ਸਦਾਵੇਂ ਜੁਗਤ ਨਾ ਜਾਣੈ, ਛੱਡ ਬਹਿ ਘਰ ਬਾਹਰ। ਜਤੀ ਬਣਨ ਵਾਸਤੇ ਘਰ ਬਾਹਰ ਛੱਡਣ ਦੀ ਲੋੜ ਨਹੀਂ, ਪਰਿਵਾਰ 'ਚ ਰਿਹਾ ਵੀ ਜਤੀ ਬਣਿਆ ਜਾ ਸਕਦਾ ਹੈ। ਜਤ ਪਹਾਰਾ, ਆਪਣੇ ਮਨ ਨੂੰ ਵਿਕਾਰਾਂ ਤੋਂ ਰੋਕਣਾ, ਇਹ ਹੋਵੇ ਸੁਨਿਆਰੇ ਦੀ ਦੁਕਾਨ। ਤੇ ਉਹ 'ਚ ਸੁਨਿਆਰਾ ਕੌਣ ਹੈ? ਧੀਰਜ। ਧੀਰਜ ਸੁਨਿਆਰ। ਅੱਜ ਹੈ ਧੀਰਜ ਨਾਂ ਦੀ ਕੋਈ ਚੀਜ਼? ਕਿਉਂ ਸਾਧ ਸੰਗਤ ਜੀ? ਮਾੜਾ ਜਿਹਾ ਕਿਤੇ ਜਾਮ ਲੱਗਾ ਹੋਵੇ ਨਾ, ਤੇ ਬੰਦਾ ਪਾਸਿਓਂ ਦੀ ਗੱਡੀ ਕੱਢਦਿਆਂ ਛਲਾ ਕੇ ਬਹਿ ਜਾਂਦਾ। ਬਾਅਦ ਚੋਂ ਦਾ ਲੈ ਮਨਾ ਐਵੇਂ ਹੀ ਗਲਤੀ ਕਰ ਬੈਠੀ। ਅੱਛਾ, ਜਾਣਾ ਸਾਰਿਆਂ ਨੇ ਘਰ ਹੀ ਆ, ਖੇਡ 5-7 ਮਿੰਟਾਂ ਦੀ ਆ। ਬਾਹਰ ਇੱਕ ਚੀਜ਼ ਦਾ ਫਰਕ ਹੈਗਾ। ਬਾਹਰ ਕਿਤੇ ਜਾਮ ਲੱਗਾ ਹੋਵੇ ਨਾ, ਕੋਈ ਲਾਈਨ ਨਹੀਂ ਤੋੜਦਾ। ਮੈਨੂੰ ਅੱਜ ਵੀ ਯਾਦ, ਇੱਕ ਵਾਰ ਵੈਨਕੂਵਰ ਦੀ ਗੱਲ ਹੈ, ਜਾਮ ਲੱਗਾ, ਉੱਥੇ ਕੋਈ ਪੁਲਿਸ ਵਾਲਾ ਨਹੀਂ। ਮੈਂ ਕਿਹਾ ਇੱਥੇ ਹੁਣ ਕੰਟਰੋਲ ਕਿੱਦਾਂ ਹੋਏਗਾ? ਕਹਿੰਦਾ ਜੀ ਹਰ ਬੰਦੇ ਨੂੰ ਪਤਾ 10 ਗੱਡੀਆਂ ਇੱਧਰੋਂ ਪਹਿਲਾਂ ਆਉਣੀਆਂ। ਜਦੋਂ 11ਵੀਂ ਗੱਡੀ ਦੀ ਵਾਰੀ ਆਈ, ਉਹਨੂੰ ਪਤਾ ਵੀ ਹੁਣ ਮੇਰੀ ਵਾਰੀ ਰੁਕਣ ਦੀ, ਮੈਂ ਰੁਕ ਜਾਣਾ। ਮੁੜ ਕੇ 10 ਗੱਡੀਆਂ ਦੀ ਦੂਜੇ ਬੰਨੇ ਵਾਰੀ ਹੈ। ਕੀ ਇਹ ਨਿਯਮ ਆਪਾਂ ਇੱਥੇ ਲਾਗੂ ਕਰ ਸਕਦੇ ਭਲਾ? ਇੱਥੇ ਤਾਂ ਕਈ ਵਾਰੀ ਤਰਲੇ ਲੈਣਾ ਪੈਂਦਾ ਐਂਬੂਲੈਂਸ ਵਾਲੇ ਨੂੰ ਵੀ ਲੰਘ ਲੈਣ ਦਿਓ, ਮਰੀਜ਼ ਲੈ ਕੇ ਜਾ ਰਹੇ ਅਸੀਂ। ਮਾਫ ਕਰਨਾ, ਧੀਰਜ ਨਾਂ ਦੀ ਚੀਜ਼ ਨਹੀਂ। ਨਾ ਰੋਡ ਤੇ ਧੀਰਜ ਹੈ, ਨਾ ਪਰਿਵਾਰਾਂ 'ਚ ਧੀਰਜ ਹੈ। ਇਸੇ ਧੀਰਜ ਉੱਡਣ ਕਰਕੇ ਅੱਜ ਸਮਾਜ ਵਿੱਚ ਬਹੁਤ ਵਧੀਆ ਘਰ, ਸਭ ਕੁਝ ਹੋਣ ਤੋਂ ਬਾਅਦ ਵੀ ਅੱਜ ਜ਼ਿੰਦਗੀਆਂ ਨਾਲ ਖਿਲਵਾੜ ਹੁੰਦੇ ਪਏ ਨੇ। ਗੁਰੂ ਸਾਹਿਬ ਜੀ ਇੱਥੇ ਸ਼ਬਦ ਵਰਤ ਰਹੇ ਨੇ, ਜਤ ਪਹਾਰਾ, ਧੀਰਜ ਸੁਨਿਆਰ, ਐਰਨ ਮਤ। ਆਪਣੀ ਮਤ ਨੂੰ ਉਹ ਐਰਨ ਬਣਾ ਲਾ। ਤੇ ਵੇਦ ਦੇ ਦੱਦੇ ਨੂੰ ਔਂਕੜ, ਜਿਹਦਾ ਅਰਥ ਹੈ ਗਿਆਨ। ਗਿਆਨ ਨੂੰ ਉਹ ਥੋੜਾ ਬਣਾ ਲਾ, ਜਿਹਦੇ ਨਾਲ ਉਹ ਗਹਿਣਾ ਘੜਿਆ ਜਾਂਦਾ। ਵੇਦ ਹਥਿਆਰ, ਭਉ ਖਲਾ। ਪਰਮੇਸ਼ਰ ਦੇ ਨਿਰਮਲ ਭਉ ਨੂੰ ਉਹ ਖਲਾ ਬਣਾ ਲਾ, ਧੌਂਕਣੀ ਬਣਾ ਲਾ। ਪਾਈਪ ਹੁੰਦੀ ਹੈ ਨਾ, ਜਿਹਦੇ ਨਾਲ ਅੱਗ ਬਾਲੀ ਦੀ। ਪੁਰਾਣੇ ਸਮੇਂ 'ਚ ਹੁੰਦੀ ਸੀ ਨਾ, ਚੁੱਲ੍ਹਿਆਂ 'ਚ ਅੱਗ ਬੁੱਝ ਜਾਣੀ, ਤੇ ਇੱਕ ਪਾਈਪ ਹੁੰਦੀ ਸੀ, ਉਹ ਜ਼ੋਰ ਨਾਲ ਫੂਕ ਮਾਰਨੀ ਤੇ ਅੱਗ ਵੱਲ ਪੈਣੀ। ਕਹਿੰਦੇ ਭਉ ਖਲਾ, ਅਗਨ ਤਪ ਤਾਉ, 10 ਨੌਵਾਂ ਦੀ ਕਿਰਤ ਕਮਾਈ ਨੂੰ ਅੱਗ ਬਣਾ ਲਾ। ਭਾਂਡਾ ਭਾਉ, ਪਿਆਰ ਨੂੰ ਭਾਂਡਾ ਬਣਾ ਲਾ। ਅੰਮ੍ਰਿਤ ਤੇ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਜਿਵੇਂ ਕਿਸੇ ਟਕਸਾਲ 'ਚ ਸਿੱਕੇ ਘੜੇ ਜਾਂਦੇ ਆ, ਕਰੰਸੀ ਟਕਸਾਲ 'ਚ ਬਣਦੀ ਆ। ਜਿਹੜੇ ਆ ਪੈਸੇ ਆ, ਮਨੀ ਆ, ਜਿਹੜੇ ਇਹ ਟਕਸਾਲ 'ਚ ਘੜੀ ਜਾਂਦੀ ਆ। ਕਹਿੰਦੇ ਜਿਵੇਂ ਕਿਸੇ ਟਕਸਾਲ 'ਚ ਕਰੰਸੀ ਘੜੀ ਜਾਂਦੀ ਉਸ ਦੇਸ਼ ਦੀ, ਫਿਰ ਇੱਥੇ ਤੇਰਾ ਜੀਵਨ ਇਸ ਟਕਸਾਲ ਵਿੱਚ ਘੜਿਆ ਜਾਏਗਾ। ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾਂ ਸਦਕ। ਤੋ ਇਹ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਤਿੱਥੇ ਘੜੀਐ ਸ਼ਬਦ ਸੁਰਤ ਵਾਲੀ ਗੱਲ ਜੀਵਨ 'ਚ ਆ ਜਾਏਗੀ। ਫਿਰ ਇਹ ਗੱਲ ਭਾਂਡਾ ਭਾਉ ਅੰਮ੍ਰਿਤ ਤਤਾਲ,
घड़िए शब्द सच्ची टकसाल। जिनको नदर कर्म तिनकार, नानक नदरी नदर निहाल। नेड़ा है दूर ना जानियो, बहुत नेड़े है, उन्होंने हर वक्त ये महसूस करो, हर वक्त मेरे नाल है। किन्ना क नेड़े है। सर्ब एक अनेक स्वामी, सब घट भोगवै सोई, कह रविदास हाथ पै नेरै, सहजे होए सो होई। हाथ नालों भी नेड़े है, नेड़ा है, दूर ना जानियो, नित सारे संभाले, जो देवै सो खावना, कहो नानक साचा है। जो दिंदा है असी खाने आ, इन्ना क साडे वो परमेश्वर नेड़े है। आओ साध संगत जी, परिवार ने अपने खुशी वास्ते समुचे गुरु ग्रंथ साहिब सच्चे पातशाह का ओट आसरा लेंदियां होइयां, परिवार रिश्तेदार साख संबंधी दोस्त मित्र, तुसी सारे गुरु ग्रंथ साहिब जी की गोद में जुड़ के बैठे हो। बड़े प्यार नाल आपां हाजरी लवाई है, बाणी सुनी है, पढ़ी है, विचारी है। अखीर ते एको ही बेनती है, सहज पाठ जरूर शुरू करो अपने परिवारां च। पहली गल तो कल्ले कल्ले जी दा होवे, आप अपने घरां च भैणों बाणी पढ़िया करो जिन्ना कढ़ सकदियां जे। भावें एक शब्द रोज़ पढ़ो, बच्चों नाल बैठ के गुरबाणी पढ़ो, बच्चों नाल बैठ के बाणी दी विचार करो। तो जिहड़ा किसानी अंदोलन चल रहा है दिल्ली, जिहड़े अजे तक नहीं गए जरूर हाज़री लवाओ, क्योंकि किसान साड़ी जंग लड़ रहा है, वो अपनी जंग नहीं लड़ रहा। सवेरे साडे घर जदों दही आउंदा है, दुध आउंदा है, जिहड़ी साडे घर रोटी पकदी है, ये उस किसान की बदौलत है। चाहे वह किसान JNK का है, चाहे वह किसान पंजाब का है, चाहे वह किसान हरियाणे का है, चाहे वह किसान UP उत्तराखंड का है, किसी भी स्टेट का किसान है, वो किसान की बदौलत साडे घर रोटी पकदी है। तो साडा फर्ज बनता है इस वक्त मोढे नाल मोढा जोड़ के उहदे नाल खड़न दा, क्योंकि सरकारां अन्नियां बोलियां ने, अन्नियां बोलियां सरकारों नूं जगाउण लई सानूं एकजुट होना बहुत जरूरी है। क्योंकि असर हर एक दे उत्ते पैना, दुकान ते भी पैना है, वड्डे वड्डे कारोबारियां ते भी फर्क पैना, कोई किसानी नाल सब कुछ जुड़े है। जदों किसान दी जिहड़ी पैदा कीती हुई जिनस मंडी जाती है, ट्रांसपोर्ट चलती है, दुकानां चलदियां ने, कारोबार चलते हैं, बहुत कुछ है जिहड़ा किसान नाल जुड़िया। तुसीं किसी ग्रोसरी स्टोर चले जाओ, उहदे विच किन्ने प्रोडक्ट ने जिहड़े किसान दे पैदा कीते हुए अनाज नाल बने हुए ने। जे किसान ही ना रहा, जे ओहो ही खत्म कर दिता, तो रोजी कित्थों, रोटी कित्थों पकेगी साडी। आओ अज 13 तरीक है, 26 तरीक नूं एक साल पूरा हो जाना दिल्ली के बार्डरां ते। 700 तो वध लाशां उत्थों आ चुकियां ने। पिछले दिनी लखीमपुर खीरी 4 पंजाबी परिवारां दे ते एक रमन पत्रकार, जिन्हां विच एक नछत्र सिंह जिन्हां दी उम्र 52 साल सी, लवप्रीत सिंह, दलजीत सिंह ते गुरविंदर सिंह 20-21 साल के नौजवान सन, जिन्हां तो BJP के लीडर उन्हां दे पुत ने गड्डी चढ़ा के उन्हां पंजां नूं खत्म कर दित्ता सी लखीमपुर खीरी। यानी कि ये घटनावां इस गल का सबूत ने, जो सरकारां दे अंत आ जाण उदों फिर इहो जिहियां हरकतां ते उतरदे ने। सानूं एकजुट होण दी लोड़ है। ये गल पक्की है, जिन्ना लंबा अंदोलन जाएगा BJP दीयां जड़ां हिला के रख देवेगा, सरकार कोई भी होवे। क्योंकि सच्ची गल है, किसान ईमानदारी नाल उत्थे बैठा है, कोई वाल छाल कपट नहीं है, कोई फरेब नहीं है। सवेरे कभी मौका बने तो आयो जरूर, मेरी हाथ जोड़ के बेनती है। लोग घूमन जाते हैं ना गर्मियां च, हुण ते सर्दियां आ गईयां, जरूर आयो अपना परिवार लैके, एक बार विखायो जरूर कि घर बैड ते भी कई बार नींद नहीं आउंदी बंदे नूं। उत्थे साडे बजुर्ग ट्रालियां च बैठे ने, टेंटां च बैठे ने, तंबूआं च बैठे ने। बस इक्को चीज़ है, कई बजुर्गों को पूछया भी गया, बजुर्गो घर आ जाओ, कहंदा अज घर आ गया। जदों कानून किते लागू हो गए तो आउण वालियां नस्लां पुछणगियां, बेबे जदों कानून लागू हो रहा सी बापू कित्थे सी? कहंदा उदों साडे लई मरन नूं थां नहीं लभना, ते कम से कम साडा नां ते रवेगा। असीं उस कानून के विरुद्ध आवाज़ बुलंद की सी, अपने हकों प्रति लड़े सी, सचेत होए सी। आओ जागिए, अपनी सुरत नूं जगाइए, जिथे भी बैठे हाँ आवाज़ बुलंद करिए। धन्नवाद सारी संगत का, इत्थों की समुची प्रबंधक कमेटी का, जो तुसीं अपनी रजेवियां भरी जिंदगी चों समा कढ़ के अज दे इस गुरमत समागम च हाज़री भरी है। जिन्हें भी इत्थे तुसीं वीर भैणां परिवार के मैंबर गुरु की गोद विच पहुँचे हो,
ਸਾਰਿਆਂ ਨੂੰ ਜੀ ਆਇਆਂ, ਧੰਨਵਾਦ। ਤੇ ਅਖੀਰ ਤੇ ਬੇਨਤੀ ਹੈ, ਜ਼ਰੂਰ ਬਾਣੀ ਪੜ੍ਹਿਆ ਕਰੋ, ਆਪਣੇ ਪਰਿਵਾਰਾਂ 'ਚ ਆਪਣੇ ਬੱਚਿਆਂ ਨਾਲ ਬੈਠ ਕੇ ਬਾਣੀ ਦੀ ਚਰਚਾ ਕਰਿਆ ਕਰੋ, ਸਾਹਿਬਜ਼ਾਦਿਆਂ ਦੀ ਬਾਤ ਪਾਇਆ ਕਰੋ, ਸਿੱਖੀ ਦੀਆਂ ਬਾਤਾਂ ਕਰਿਆ ਕਰੋ। ਤੇ ਜਦੋਂ ਕਿਤੇ ਸਮਾਂ ਲੱਗੇ ਜ਼ਰੂਰ ਹਾਜ਼ਰੀ ਦਿੱਲੀ ਲਵਾਓ। ਸਪੈਸ਼ਲ ਵੀ ਆਉਣਾ ਪਵੇ, ਸ਼ਨੀਵਾਰ ਆ ਜਾਓ, ਐਤਵਾਰ ਸ਼ਾਮਾਂ ਨੂੰ ਭਾਵੇਂ ਵਾਪਸ ਮੋੜ ਆਓ। ਇੱਕ ਅੱਧੇ ਦਿਨ ਨਾਲ ਵੀ ਬੜਾ ਹੌਸਲਾ ਮਿਲਦਾ ਕਿ ਭਾਈ ਬਜ਼ੁਰਗਾਂ ਨੂੰ ਲੱਗਦਾ ਵੀ ਸਾਡੇ ਪਿੱਛੇ ਕੋ ਆਇਆ। ਭਾਵੇਂ ਬਹੁਤ ਜੰਮੂ ਕਸ਼ਮੀਰ ਤੋਂ ਪਹਿਲਾਂ ਬਹੁਤ ਵੀਰ ਆਏ ਆ, ਆਉਂਦੇ ਵੀ ਰਹੇ ਆ, ਹੁਣ ਵੀ ਆ ਰਹੇ ਆ, ਪਰ ਅੱਗੇ ਵੀ ਲੋੜ ਹੈ, ਕਿਉਂਕਿ ਅਸੀਂ ਪ੍ਰਚਾਰਕ ਹੋਣ ਦੇ ਨਾਤੇ ਜਿੱਥੇ ਵੀ ਜਾਂਦੇ ਹਾਂ ਆਪਣਾ ਫਰਜ਼ ਸਮਝਦੇ ਹਾਂ ਕਿ ਹਰ ਕਥਾ 'ਚ ਕਿਸਾਨੀ ਅੰਦੋਲਨ ਦੀ ਗੱਲ ਜ਼ਰੂਰ ਕਰਨੀ ਹੈ, ਕਿਉਂਕਿ ਆਪਾਂ ਸਾਰੇ ਉਸ ਕਿਸਾਨੀ ਕਿੱਤੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਜੁੜੇ ਹੋਏ ਹਾਂ। ਆਓ ਗੁਰੂ ਬਖਸ਼ਿਸ਼ ਕਰੇ, ਗੁਰੂ ਦੀ ਵਿਚਾਰ ਸਾਡੀ ਜ਼ਿੰਦਗੀ ਦਾ ਸ਼ਿੰਗਾਰ ਬਣੇ। ਸਾਰਿਆਂ ਦਾ ਧੰਨਵਾਦ। ਇੰਨੇ ਕੁ ਬਚਨ ਪ੍ਰਵਾਨ ਕਰਨੇ ਜੀ। ਅਦਬ ਸਤਿਕਾਰ ਨਾਲ ਫਤਿਹ ਬੁਲਾਓ ਤੇ ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।